ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੀ ਸਾਰੀ ਸੰਗਤਾਂ ਨੂੰ ਜੀ ਆਇਆਂ ਆਖਦੇ ਹਾਂ। ਹਰ ਸੋਮਵਾਰ ਦੀ ਤਰ੍ਹਾਂ ਅੱਜ ਵੀ ਸ਼੍ਰੀ ਹਰਜੀਤ ਸਿੰਘ ਜੀ ਜੋ ਵਿਸ਼ਾ ਲੜੀਵਾਰ ਪਿਛਲੇ ਤਕਰੀਬਨ 3 ਮਹੀਨਿਆਂ ਤੋਂ ਚੱਲ ਰਿਹਾ ਹੈ, ਮਨੁੱਖ ਦੀ ਜੀਵਨ ਯਾਤਰਾ ਅਤੇ ਮੰਜ਼ਿਲ, ਉਸ ਲੜੀ ਦੇ ਵਿੱਚ ਅਗਲਾ ਜੋ ਹਿੱਸਾ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰਨਗੇ। ਸੋ ਵੀਰ ਜੀ ਨੂੰ ਬੇਨਤੀ ਹੈ ਕਿ ਅੱਜ ਦੇ ਵਿਚਾਰ ਸੰਗਤ ਦੇ ਨਾਲ ਸਾਂਝੇ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਿਸੰਗੀਓ, ਆਪ ਸਾਰਿਆਂ ਨੂੰ ਅੱਜ ਦੀ ਗੁਰਮਤਿ ਕਲਾਸ ਵਿੱਚ ਜੀ ਆਇਆਂ। ਇੱਕ ਅਹਿਮ ਵਿਸ਼ਾ ਜੋ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੈ, ਉਸ ਨੂੰ ਅਸੀਂ ਕੁਝ ਸਮੇਂ ਤੋਂ ਵਿਚਾਰ ਕਰਦੇ ਆ ਰਹੇ ਹਾਂ। ਆਖਰੀ ਪੜਾਅ ਤੇ ਅਸੀਂ ਲਗਭਗ ਇਹਦੇ ਪਹੁੰਚ ਚੁੱਕੇ ਹਾਂ, ਜਿਹਦੇ ਵਿੱਚ 1 ਜਾਂ 2 ਲੈਕਚਰ ਹੋ ਕੇ ਇਸ ਵਿਸ਼ੇ ਦੀ ਅਸੀਂ ਸਮਾਪਤੀ ਕਰਾਂਗੇ। ਪਰਮਾਤਮਾ ਤੋਂ ਮਨੁੱਖ ਇਸ ਜੀਵਨ ਦੀ ਦਾਤ ਲੈ ਕੇ ਆਉਂਦਾ ਹੈ, ਪਰ ਜੀਵਨ ਦੇ ਵਿੱਚ ਆਪਣੇ ਮਕਸਦ ਤੋਂ ਖੁੰਝਦਾ ਹੋਇਆ ਅਨੇਕਾਂ ਜੂਨੀਆਂ ਵਿੱਚ ਭਟਕਦਾ ਹੈ। ਰੱਬ ਤੋਂ ਵਿਛੜਿਆ ਹੋਇਆ ਮਨੁੱਖ ਭਟਕਣਾ ਵਿੱਚ ਪਿਆ ਰਹਿੰਦਾ ਹੈ। ਫਿਰ ਕਰਤੇ ਦੀ ਰਹਿਮਤ ਹੁੰਦੀ ਹੈ, ਮਨੁੱਖਾ ਦੇਹੀ ਮਿਲਦੀ ਹੈ। ਮਨੁੱਖਾ ਦੇਹੀ ਵਿੱਚ ਗੁਰੂ ਦਾ ਮਿਲਾਪ ਹੋ ਜਾਏ ਤਾਂ ਜੀਵਨ ਦਾ ਰਸਤਾ ਪਤਾ ਲੱਗ ਜਾਂਦਾ ਹੈ। ਮਿਲਾਪ ਤੱਕ ਸੀਮਿਤ ਨਹੀਂ, ਗੁਰੂ ਦੀ ਦੱਸੀ ਹੋਈ ਜੋ ਮਰਿਆਦਾ ਹੈ ਉਹਨੂੰ ਵੀ ਜੀਵਨ ਦਾ ਹਿੱਸਾ ਬਣਾਉਣਾ ਜ਼ਰੂਰੀ ਹੁੰਦਾ ਹੈ। ਸਤਿਗੁਰ ਤੇ ਕਰਨੀ ਕਮਾਣੀ, ਇਹ ਗੱਲ ਜ਼ਰੂਰੀ ਹੈ। ਜਦੋਂ ਸਤਿਗੁਰੂ ਜੀ ਦੀ ਕਰਨੀ ਕਮਾਉਣ ਦੀ ਗੱਲ ਆਉਂਦੀ ਹੈ, ਫਿਰ ਅੰਮ੍ਰਿਤ ਵੇਲੇ ਦਾ ਅਭਿਆਸ, ਨਿਤਨੇਮੀਆਂ ਬਾਣੀਆਂ ਦਾ ਜਾਪ, ਗੁਰੂ ਅੱਗੇ ਅਰਦਾਸ, ਜੋਦੜੀ ਬੇਨਤੀ, ਤਰਲਾ, ਸਤ ਸੰਗਤ, ਤੇ ਜਦੋਂ ਇਸ ਅਵਸਥਾ ਤੋਂ ਲੰਘਦਾ ਹੈ ਫਿਰ ਸ਼ਬਦ ਗੁਰੂ ਸੁਰਤ ਧੰਚੇਲਾ ਦੀ ਅਵਸਥਾ ਤੇ ਜਾ ਪਹੁੰਚਦਾ ਹੈ। ਪਰ ਨਾਲ ਨਾਲ ਜਿਵੇਂ ਜਿਵੇਂ ਮਨੁੱਖ ਇਹਨਾਂ ਬੁਲੰਦੀਆਂ ਦੇ ਮਾਰਗ ਤੇ ਤੁਰਦਾ ਹੈ, ਕੁਝ ਰੁਕਾਵਟਾਂ ਆਉਣੀਆਂ ਸ਼ੁਰੂ ਹੁੰਦੀਆਂ ਨੇ। ਜਿਸ ਸਿੱਧ ਦੀ ਤਾਕਤ, ਹਉਮੈ ਦੇ ਛੁਪੇ ਹੋਏ ਬੀਜ ਇਹ ਆ ਕੇ ਪ੍ਰਗਟ ਹੋ ਜਾਂਦੇ ਨੇ। ਪਰ ਜੇ ਮਨੁੱਖ ਇਹਨਾਂ ਵਿੱਚੋਂ ਵੀ ਤੁਰਦਾ ਤੁਰਦਾ ਜੀਵਨ ਦੇ ਮੰਜ਼ਿਲ ਨੂੰ ਤੈਅ ਕਰਦਾ ਹੋਇਆ ਆਪੇ ਦੀ ਪਛਾਣ ਕਰੀ ਰੱਖੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਨ, ਇਸ ਅਵਸਥਾ ਨੂੰ, ਇਸ ਵਿਚਾਰ ਨੂੰ ਅੰਦਰ ਪੱਕਾ ਕਰੀ ਰੱਖੇ, ਫਿਰ ਅਗਾਂਹ ਕੂ ਤਰਾਂਗ ਪਿੱਛਾ ਫੇਰ ਨਾ ਮੋਹੜੜਾ, ਇਸ ਕਦਮ ਅੱਗੇ ਨੂੰ ਵਧਦੇ ਤੁਰੇ ਜਾਂਦੇ ਹਨ। ਜਦੋਂ ਕਦਮ ਅੱਗੇ ਨੂੰ ਵੱਧਦੇ ਹਨ, ਫਿਰ ਗੁਰੂ ਦੇ ਅੱਗੇ ਬੇਨਤੀਆਂ, ਜੋਦੜੀਆਂ, ਹੋਰ ਤਰਲੇ ਅੰਦਰ ਨਿਕਲਦੇ ਹਨ ਮਿਲਾਪ। ਫਿਰ ਦੁਨੀਆ ਦੀ ਮਾਇਆ ਉਹਦਾ ਰਸਤੇ ਦੀ ਰੁਕਾਵਟ ਨਹੀਂ ਪੈਂਦੀ, ਕਿਉਂਕਿ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਇਨ ਵਿੱਚੇ ਮਾਇਆ ਪਾਇਆ। ਉਹ ਹਸੰਦਿਆਂ, ਖਿਲੰਦਿਆਂ, ਪਨੰਦਿਆਂ, ਖਵੰਦਿਆਂ ਵਿੱਚੇ ਹੋਈ ਹੈ ਮੁਕਤ ਦੀ ਗੱਲ ਉਹਨਾਂ ਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਇਹਦੇ ਲਈ ਜ਼ਰੂਰੀ ਹੈ ਕਿ ਮਨੁੱਖ ਦੇ ਅੰਦਰ ਨਿਰਮਲ ਭਾਵ ਬਣਿਆ ਰਹੇ।
ਭਉ ਤੇ ਨਿਰਮਲ ਭਉ ਦਾ ਫਰਕ ਹੈ। ਭਉ ਵਿੱਚੋਂ ਪਿਆਰ ਪੈਦਾ ਹੁੰਦਾ ਹੈ, ਭਉ ਵਿੱਚੋਂ ਭਾਵ ਨਹੀਂ ਪੈਦਾ ਹੁੰਦੀ ਹੈ। ਨਿਰਮਲ ਭਉ ਵਿੱਚੋਂ ਹੀ ਸੰਬੰਧ ਜੁੜਦੇ ਹਨ। ਨਿਰਮਲ ਭਉ ਵਿੱਚੋਂ ਹੀ ਉਸ ਕਰਤਾਰ ਦੇ ਨਾਲ ਇੱਕ ਮਿੱਤਰਤਾ ਹੋਣੀ ਸ਼ੁਰੂ ਹੁੰਦੀ ਹੈ, ਨਿਰਮਲ ਭਉ ਵਿੱਚੋਂ ਹੀ। ਪਰ ਇਸ ਨਿਰਮਲ ਭਉ ਵਿੱਚੋਂ ਹੀ ਸੱਚੀ ਪ੍ਰੀਤ ਦੀਆਂ ਗੰਢਾਂ ਵੱਜ ਜਾਂਦੀਆਂ ਹਨ। ਫਿਰ ਵਿਛੋੜਾ ਸੁਣੇ ਦੁੱਖ, ਦਿਨ ਡੁੱਠੇ ਮਰਿਆਉਂਦ, ਬਾਝ ਪਿਆਰੇ ਆਪਣੇ ਫਿਰ ਹੀ ਨਾ ਧਿਰਾਉਂਦ। ਫਿਰ ਧੀਰਜ ਨਹੀਂ ਹੁੰਦਾ, ਧੀਰਜ ਕਰਦਾ ਵੀ ਨਹੀਂ। ਕਿਉਂ ਧੀਰਜ ਕਰਾਂ, ਕਿਉਂਕਿ ਮੇਰੀ ਪਿਆਰੇ ਨਾਲ ਮੁਹੱਬਤ ਹੈ। ਪ੍ਰੀਤ ਦੀ ਸੱਚੀ ਗੰਢ ਜੁੜਦੀ ਹੈ। ਜਿਵੇਂ ਜਿਵੇਂ ਇਹ ਪ੍ਰੀਤ ਵੱਧਦੀ ਜਾਂਦੀ ਹੈ, ਤਿਵੇਂ ਤਿਵੇਂ ਦਰਸ਼ਨਾਂ ਦੀ ਪਿਆਸ ਵੀ ਅੰਦਰ ਵੱਧਦੀ ਜਾਂਦੀ ਹੈ। ਦਰਸ਼ਨਾਂ ਦੀ ਪਿਆਸ ਵਿੱਚੋਂ ਜਦੋਂ ਦਰਸ਼ਨ ਹੁੰਦੇ ਹਨ, ਫਿਰ ਦਰਸ਼ਨ ਦੇਖਤ ਹੀ ਬਸ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਭਾਈ ਗੁਰਦਾਸ ਜੀ ਦੇ ਉਹ ਕਵਿਤ ਸਾਡੇ ਜੀਵਨ ਦਾ ਹਿੱਸਾ ਬਣਦੇ ਹਨ। ਦਰਸ਼ਨਾਂ ਤੋਂ ਬਾਅਦ ਫਿਰ ਜੋ ਅੱਗੇ ਅਵਸਥਾ ਆਉਂਦੀ ਹੈ, ਉਹ ਹੈ ਸਹਿਜ। ਜਿੱਥੋਂ ਅਸੀਂ ਅੱਜ ਦੀ ਵਿਚਾਰ ਆਰੰਭ ਕਰਦੇ। ਇਹ ਸਿਰਫ ਪਿਛਲਾ ਜੋ ਆਪਾਂ ਇੰਨੇ ਲੈਕਚਰਾਂ ਵਿੱਚ ਵਿਚਾਰ ਕੀਤੀ ਹੈ, ਉਹਨੂੰ 2-4 ਮਿੰਟਾਂ ਵਿੱਚ ਹੀ, ਤਦ ਕਿ ਅੱਜ ਦੇ ਲੈਕਚਰ ਦੀ ਸਾਡੀ ਸਮਝ ਆ ਜਾਏ। ਜਿਵੇਂ ਜਿਵੇਂ ਮਨੁੱਖ ਅੰਦਰਲਾ ਕੁਝ ਪ੍ਰਾਪਤ ਕਰਦਾ ਹੈ, ਤਿਵੇਂ ਤਿਵੇਂ ਇਹਦੇ ਜੀਵਨ ਵਿੱਚ ਆਤਮਕ ਅਡੋਲਤਾ ਪੈਦਾ ਹੁੰਦੀ ਹੈ। ਆਤਮਕ ਅਡੋਲਤਾ ਦਾ ਦੂਜਾ ਨਾਮ ਸਹਿਜ ਹੈ। ਜਿੱਥੇ ਮਨ ਮਾਇਕ ਫੁਰਨਿਆਂ ਦੇ ਉੱਪਰ ਉੱਠ ਜਾਂਦਾ ਹੈ। ਆਮ ਤੌਰ ਤੇ ਖਾਲੀ ਭਾਂਡਾ ਹੋਵੇ, ਉਹ ਜ਼ਿਆਦਾ ਖੜਕਦਾ ਹੈ। ਭਰਿਆ ਹੋਇਆ ਭਾਂਡਾ ਹੋਵੇ, ਬਰਤਨ ਭਰ ਜਾਏ, ਫਿਰ ਉਹ ਦੋਨਾਂ ਗੱਲਾਂ ਤੋਂ ਮੁਕਤ ਹੋ ਜਾਂਦਾ ਹੈ। ਨਾ ਉਹ ਡੋਲਦਾ ਹੈ, ਨਾ ਖੜਕਦਾ ਹੈ। ਤੇ ਡਿੱਗੇ ਨਾ ਡੋਲੇ, ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ ਦੀ ਗੱਲ ਲਾਗੂ ਹੁੰਦੀ ਹੈ। ਨਾ ਡਿੱਗਦਾ ਹੈ, ਨਾ ਡੋਲਦਾ ਹੈ, ਦ੍ਰਿੜ ਕਰ ਰਹੇ ਹੋ, ਕਿਉਂਕਿ ਅੰਦਰ ਗੁਰੂ ਦਾ ਸ਼ਬਦ ਦ੍ਰਿੜ ਹੋ ਗਿਆ। ਖਾਲੀ ਭਾਂਡਾ ਜ਼ਿਆਦਾ ਡੋਲਦਾ ਵੀ ਹੈ, ਜ਼ਿਆਦਾ ਖੜਕਦਾ ਵੀ ਹੈ। ਅਸੀਂ ਸਾਰੇ ਖਾਲੀ ਭਾਂਡੇ ਤਾਂ ਹਾਂ। ਸੱਚਮੁੱਚ ਖਾਲੀ ਭਾਂਡੇ ਵਾਂਗੂ ਹੀ ਜ਼ਿਆਦਾ ਉਛਲਦੇ ਹਾਂ। ਮਾਫ ਕਰਨਾ, ਖਾਲੀ ਭਾਂਡਿਆਂ ਨੂੰ ਹੀ ਜ਼ਿਆਦਾ ਬੋਲਦੇ ਹਾਂ, ਤੇ ਖਾਲੀ ਭਾਂਡੇ ਵਾਂਗੂ ਹੀ ਜ਼ਿਆਦਾ ਡੋਲਦੇ ਵੀ ਹਾਂ। ਜੀਵਨ ਦੀ ਕਹਾਣੀ ਵਿੱਚ ਦੁੱਖ ਸੁੱਖ ਵਿੱਚ ਇੱਕੋ ਜਿਹਾ ਰਹਿਣ ਦਾ ਸਾਨੂੰ ਉਹ ਜੀਵਨ ਦਾ ਤੱਤ ਨਾ ਆਇਆ। ਦੁੱਖ ਆਇਆ, ਹਾਏ ਮਰ ਗਏ। ਸੁੱਖ ਆਇਆ, ਸਾਡੇ ਵਰਗਾ ਕੌਣ ਹੈ। ਸਾਡੀ ਤਾਂ ਅਕਲ ਹੀ ਬਹੁਤ ਹੈ, ਸਾਡੀ ਤਾਂ ਸਿਆਣਪ ਵੀ ਬੜੀ ਹੈ, ਸਾਡੀ ਤਾਂ ਬੁੱਧੀ ਬੜੀ ਤੇਜ਼ ਹੈ। ਅਸੀਂ ਇਸੇ ਅਵਸਥਾ ਤੇ ਤਾਂ ਅਸੀਂ ਖੜੇ ਹਾਂ। ਇਸ ਤੋਂ ਉੱਪਰ ਤਾਂ ਅਸੀਂ ਤੁਰ ਨਹੀਂ ਸਕੇ, ਉੱਪਰ ਜਾ ਨਾ ਸਕੇ। ਬਸ ਉਸ ਖਾਲੀ ਭਾਂਡੇ ਵਰਗੀ ਅਵਸਥਾ ਵਿੱਚ ਹੈ। ਭਰਿਆ ਹੋਇਆ ਭਾਂਡਾ, ਮਾਫ ਕਰਨਾ, ਦੋਨਾਂ ਗੱਲਾਂ ਤੋਂ ਮੁਕਤ ਹੋ ਜਾਂਦਾ ਹੈ। ਨਾ ਉਹ ਡੋਲਦਾ ਹੈ, ਤੇ ਫਿਰ ਗੁਰੂ ਅੱਗੇ ਤਰਲੇ ਕਰਕੇ ਇਉਂ ਹੀ ਸਮਝਦਾ ਹੈ, ਕਹੋ ਕਬੀਰ ਛੂਛਾ ਘੱਟ ਬੋਲੈ, ਭਰਿਆ ਹੋਏ ਸੋ ਕਬ ਹੋਣਾ ਡੋਲੈ। ਛੂਛਾ ਘੱਟ ਬੋਲੈ। ਵਡਭਾਗੀ ਹਨ ਉਹ ਪੁਰਖ ਜਦੋਂ ਪਰਮੇਸ਼ਰ ਦੇ ਦਰਸ਼ਨਾਂ ਦੇ ਨਾਲ ਤ੍ਰਿਪਤ ਹੋ ਜਾਂਦੇ ਹਨ। ਸੱਚਮੁੱਚ ਜਿਨ੍ਹਾਂ ਦੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ ਦੀ ਅਵਸਥਾ ਤੇ ਜਦੋਂ ਪਹੁੰਚ ਜਾਂਦੇ ਹਨ। ਇਹ ਹੈ ਅੰਦਰ ਆਤ ਦਾ ਟਿਕਾ, ਇਹ ਹੈ ਅੰਦਰ ਦਾ ਸਹਿਜ। ਅੰਦਰ ਹਿਰਦਾ ਸੁੱਖ ਨਾਲ, ਸੁਖੈਨ ਨਾਲ, ਸ਼ਾਂਤੀ ਨਾਲ ਭਰ ਜਾਂਦਾ ਹੈ, ਨਕੋ ਨਕ ਭਰ ਜਾਂਦਾ ਹੈ। ਕਿਉਂ ਕਹਿ ਲਈਏ ਸਹਿਜ ਨੂੰ ਦੂਜੇ ਅੱਖਰਾਂ ਵਿੱਚ ਦਾ ਅਰਥ ਕਰਨਾ ਹੋਵੇ, ਤ੍ਰਿਪਤੀ ਕਹਿ ਸਕਦੇ ਹਾਂ। ਦੁਨੀਆ ਦੇ ਹਰ ਪੱਖ ਤੋਂ ਅੰਦਰ ਤ੍ਰਿਪਤੀ ਹੋ ਜਾਂਦੀ ਹੈ। ਸਹਿਜ ਕੀ ਹੈ? ਕੋਈ ਖਾਸ ਬਾਕੀ ਨਾ ਹੋ, ਕੋਈ ਇੱਛਾ ਬਾਕੀ ਨਾ ਹੋ। ਕਾਹੂ ਫਲ ਕੀ ਇੱਛਾ ਨਹੀਂ ਬਾਂਝੇ। ਕੇਵਲ ਭਗਤ ਕੀ ਕਰਦਾ ਹੈ? ਉਹਦੇ ਕੀਰਤਨ ਦੇ ਵਿੱਚ ਹੀ ਰਚਨ ਦੀ ਗੱਲ ਕਰਦਾ ਹੈ, ਉਹਦੀ ਸਿਫਤ ਕੀਰਤੀ ਕਰਨ ਦੀ ਗੱਲ ਕਰਦਾ ਹੈ। ਕਿਸੇ ਫਲ ਦੀ ਇੱਛਾ ਰਹਿ ਨਹੀਂ ਜਾਂਦੀ।
ਬਸ ਇੱਥੇ ਤਾਂ ਇਹ ਤ੍ਰਿਪਤੀ ਉਹ ਹੈ ਜਿਸ ਤ੍ਰਿਪਤੀ ਵਿੱਚ ਆਪਣੇ ਪ੍ਰੀਤਮ ਦੇ ਦੀਦਾਰ ਦਾ ਰਸ ਅੰਦਰ ਬਣਿਆ ਰਹਿੰਦਾ ਹੈ। ਇਹ ਤ੍ਰਿਪਤੀ ਉਹ ਹੈ। ਬਾਕੀ ਸਭ ਕੁਝ ਸ਼ਾਂਤੀ ਨਾਲ ਆਪਣੇ ਆਪ ਨੂੰ ਭਰਿਆ ਹੋਇਆ ਮਹਿਸੂਸ ਕਰਦਾ ਹੈ, ਟਿਕਿਆ ਹੋਇਆ ਮਹਿਸੂਸ ਕਰਦਾ ਹੈ। ਮਨ ਦੀ ਭਟਕਣਾ ਦਾ ਜੋ ਮੁੱਖ ਕਾਰਨ ਹੈ, ਮਨ ਦੀ ਭਟਕਣਾ ਦਾ, ਉਹ ਹੈ ਅੰਦਰ ਦਾ ਟਿਕਾ ਨਾ ਹੋਣਾ। ਜਦੋਂ ਗੁਰਦੇਵ ਜੀ ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਭਰਮ ਤੇ ਵਿਸ਼ਵਾਸ ਤੋਂ ਪਾਰ ਹੋ ਕੇ ਅਸਲੀਅਤ, ਹਕੀਕਤ ਵਿੱਚ ਜਾ ਪਹੁੰਚਦਾ ਹੈ, ਜਦੋਂ ਭਰਮ ਤੇ ਵਿਸ਼ਵਾਸ ਤੋਂ ਵੀ ਉੱਪਰ ਉੱਠ ਕੇ, ਪਹਿਲਾਂ ਤਾਂ ਕੇਵਲ ਵਿਸ਼ਵਾਸ ਸੀ, ਪਹਿਲਾਂ ਕੁਝ ਭਰਮ ਵੀ ਸੀ, ਭੁਲੇਖਿਆਂ ਤੋਂ ਵੀ ਦੂਰ ਹੋ ਗਿਆ। ਜਦੋਂ ਤੱਕ ਭੁਲੇਖਾ ਸੀ ਉਦੋਂ ਤੱਕ ਡੋਲਦਾ ਰਿਹਾ, ਜਦੋਂ ਤੱਕ ਭਰਮ ਸੀ ਉਦੋਂ ਤੱਕ ਡੋਲਦਾ ਰਿਹਾ। ਜਦੋਂ ਭਰਮ ਕੱਟਿਆ ਗਿਆ, ਅੰਦਰ ਟਿਕ ਗਿਆ, ਵਿਸ਼ਰਾਮ ਅਵਸਥਾ ਵਿੱਚ ਚਲਾ ਗਿਆ। ਜਦੋਂ ਗੁਰਦੇਵ ਦੀ ਮਿਹਰ ਨਾਲ ਭਰਮ ਤਾਂ ਵਿਸ਼ਵਾਸ ਤੋਂ ਉੱਪਰ ਉੱਠ ਕੇ ਹਕੀਕਤ ਵਿੱਚ ਜਾ ਪਹੁੰਚਦਾ ਹੈ, ਫਿਰ ਮਨ ਡੋਲਣੋਂ ਹਟ ਜਾਂਦਾ ਹੈ, ਫਿਰ ਮਨ ਨਹੀਂ ਡੋਲਦਾ। ਹੁਣ ਤਾਂ ਉਸ ਭਟਕਣਾ ਤੋਂ ਬਾਅਦ ਟਿਕਾਓ ਦਾ, ਸਹਿਜ ਦਾ, ਵਿਸਰਾਮ ਦਾ ਆਨੰਦ ਮਨ ਮਾਣਦਾ ਹੈ, ਵਿਸਰਾਮ ਦਾ ਆਨੰਦ ਮਨ ਮਾਣਦਾ ਹੈ ਤੇ ਜੀਵਨ ਅੰਦਰ ਸਹਿਜ ਪੈਦਾ ਹੋ ਜਾਂਦਾ ਹੈ। ਬਹੁਤ ਖੂਬਸੂਰਤ ਬਚਨ ਲਿਖਿਆ ਗੁਰੂ ਪਾਤਸ਼ਾਹ ਜੀ ਨੇ, ਦੀਗਨ ਡੋਲਾ ਤਉ ਲੋ ਜੋ ਮਨ ਕੇ ਭਰਮਾ, ਭ੍ਰਮ ਕਾਟੇ ਗੁਰ ਆਪਣੇ ਪਾਏ ਵਿਸਰਾਮਾ। ਭ੍ਰਮ ਕਾਟੇ ਗੁਰ ਆਪਣੇ, जब लग हुक्म न बूझता तब लो दुखिया, गुर बिल हुक्म पछाणिया तब ही लो सुखिया। बस ਇਹੋ ਹੀ ਸਮਝ ਆਵੇ, ਹੁਕਮ ਦੀ ਪਹਿਚਾਨ ਹੋਵੇ। ਅਜਿਹੀ ਸਹਿਜ ਅਵਸਥਾ ਦੇ ਧਾਰਨੀ ਵਿਅਕਤੀ ਨੂੰ ਭਾਵੇਂ ਸੰਸਾਰੀ ਲੋਕ ਜਿੰਨਾ ਮਰਜ਼ੀ ਕੁਝ ਕਹੀ ਜਾਣ, ਜਿੰਨਾ ਮਰਜ਼ੀ ਭੁਲਾਉਣ ਦਾ ਕੋਸ਼ਿਸ਼ ਵੀ ਕਰੀ ਜਾਣ, ਦਿਲਾਉਣ ਦਾ ਯਤਨ ਵੀ ਕਰੀ ਜਾਣ, ਪਰ ਉਹ ਆਪਣੇ ਅਕੀਦੇ ਤੋਂ, ਆਪਣੇ ਅਸੂਲ ਤੋਂ, ਆਪਣੇ ਗੁਰੂ ਦੀ ਦੱਸੀ ਹੋਈ ਮਰਿਆਦਾ ਤੋਂ ਰਦਾ ਭਰ ਵੀ ਇੱਧਰ ਨਹੀਂ ਹੁੰਦਾ। ਉਹਦਾ ਟਿਕਾਓ ਹੈ, ਉਹ ਦੁਨੀਆ ਦੀ ਪਰਵਾਹ ਨਹੀਂ ਕਰਦਾ। ਸਮਝ ਆ ਜਾਂਦੀ ਹੈ, ਲੋਕਾਂ ਦੁਨੀਆ ਨਾ ਸਲਾਹ ਜੋ ਮਰ ਵੱਜ ਸੀ, ਲੋਕਾਂ ਨਾ ਸਲਾਹ ਜੋ ਮਰ ਖਾਕ ਥੀ। ਉਹ ਤਾਂ ਕਹਿੰਦਾ ਵਾਹ ਮੇਰੇ ਸਾਹਿਬਾ ਵਾਹ, ਉਹ ਤਾਂ ਆਪਣੇ ਸਾਹਿਬ ਦੀ ਵਾਹ ਕਰਦਾ ਹੈ, ਉਹ ਤਾਂ ਸਾਹਿਬ ਦੀ ਵਾਹ ਵਿੱਚ ਲੈਂਦਾ ਹੈ। ਮਨੁੱਖ ਦਾ ਨਾ ਤਨ ਡੋਲਦਾ ਹੈ, ਨਾ ਮਨ ਡੋਲਦਾ ਹੈ, ਨਾ ਤਨ ਡੋਲਦਾ ਹੈ, ਨਾ ਮਨ ਡੋਲਦਾ ਹੈ। ਮਨ ਅੰਦਰ ਦੀ ਅਵਸਥਾ ਹੈ, ਤਨ ਬਾਹਰ ਦੁਨੀਆਦਾਰਾਂ ਦੇ ਨਾਲ ਸੰਬੰਧ ਹੈ। ਇੱਥੇ ਰਾਜ ਯੋਗ ਕਰਦਾ ਹੈ, ਰਾਜ ਯੋਗ ਦੀ ਅਵਸਥਾ ਨੂੰ ਮੰਨਦਾ ਹੈ। ਰਾਜਨ ਯੋਗ ਕਰ ਹਾਂ, ਥਿਰ ਥਿਰ ਚਿਤ ਥਿਰ ਹਾਂ, ਬਣ ਗ੍ਰਹਿ ਸਮਸਰ ਹਾਂ, ਥਿਰ ਥਿਰ ਚਿਤ ਥਿਰ ਹਾਂ। ਟਿਕ ਗਿਆ, ਟਿਕ ਗਿਆ, ਟਿਕ ਮੇਰਾ ਗੁਰੂ ਚਰਨਾਂ ਵਿੱਚ ਚਿਤ ਟਿਕ ਗਿਆ। ਘਰ ਤੇ ਜੰਗਲ ਇੱਕੋ ਜਿਹੇ ਲੱਗਦੇ ਨੇ, ਨਾ ਮੈਨੂੰ ਘਰ ਵਿੱਚ ਉਹ ਪਕੜ ਹੈ ਤੇ ਨਾ ਹੀ ਮੈਨੂੰ ਬਾਹਰ। ਜੰਗਲ ਦਾ ਮਤਲਬ ਜਿੱਥੇ ਕੋਈ ਚੀਜ਼ ਕੋਲ ਨਾ ਹੋਵੇ, ਨਾ ਮੈਨੂੰ ਹੋਣ ਦਾ ਮਾਣ ਹੈ, ਨਾ ਮੈਨੂੰ ਕੁਝ ਜਾਣ ਦੀ ਚਿੰਤਾ ਹੈ। ਇਹ ਅਵਸਥਾ ਦੀ ਗੱਲ ਹੈ। ਇਹ ਤਾਂ ਰਾਜਨ ਜੋਗ ਕਰ ਹਾਂ, ਕਹੋ ਨਾਨਕ ਲੋਗ ਅਲੋਗੀ ਦੀ ਸਖੀ। ਆਸਾ ਬੜੀ ਸਰਲੇਖ ਦਾ ਬਚਨ ਹੈ। ਲੋਕਾਂ ਵਿੱਚ ਰਹਿੰਦੀ ਹੋਈ ਵੀ ਲੋਕਾਂ ਤੋਂ ਨਿਰਲੇਪ ਹੋ ਗਈ ਮੇਰੀ ਸਖੀ। ਮੈਂ ਤਾਂ ਰਾਜ ਜੋਗ ਮੰਨਦੀ ਹਾਂ, ਕਿਉਂਕਿ ਨਾ ਹੁਣ ਤਨ ਡੋਲਦਾ ਹੈ, ਨਾ ਮਨ ਡੋਲਦਾ ਹੈ। ਮਨ ਦੀ ਡੋਲਤਾ ਤਾਂ ਸਗੋਂ ਤਨ ਨੂੰ ਵੀ ਇਹ ਡੋਲਤਾ ਬਖਸ਼ ਦਿੰਦੀ ਹੈ।
ਮਨ ਤਨ ਕਦੋਂ ਡੋਲਦਾ ਜਦੋਂ ਮਨ ਕਮਜ਼ੋਰ ਹੋਵੇ, ਮਨ ਬਾਹਰਮੁਖੀ ਹੋਵੇ, ਅੰਦਰਮੁਖੀ ਨਾ ਹੋਵੇ। ਪਰ ਜਦੋਂ ਮਨ ਅੰਤਰਮੁਖੀ ਹੋ ਜਾਏ ਤਾਂ ਮਨ ਦੀ ਅਡੋਲਤਾ ਤਾਂ ਤਨ ਨੂੰ ਵੀ ਤਕੜਾ ਕਰ ਦਿੰਦੀ ਹੈ। ਫਿਰ ਭਾਵੇਂ ਇਸ ਤਨ ਨੂੰ ਕੋਈ ਦੇਗਾਂ ਵਿੱਚ ਬਿਠਾ ਕੇ ਉਬਾਲ ਦੇਵੇ, ਭਾਵੇਂ ਇਸ ਤਨ ਨੂੰ ਆਰੇ ਨਾਲ ਕੋਈ ਦੁਫਾੜ ਕਰ ਦੇਵੇ, ਭਾਵੇਂ ਇਸ ਤਨ ਦਾ ਬੰਦ ਕਰ ਦੇਵੇ, ਭਾਵੇਂ ਇਸ ਤਨ ਦੀ ਖੋਪਰੀ ਨੂੰ ਲਾ ਦੇਵੇ, ਭਾਵੇਂ ਇਸ ਤਨ ਨੂੰ ਚਰਖੜੀਆਂ ਤੇ ਚਾੜ ਦੇਵੇ ਤੇ ਭਾਵੇਂ ਟੈਂਕਾਂ ਤੇ ਤੋਪਾਂ ਦੇ ਗੋਲਿਆਂ ਦੇ ਅੱਗੇ ਖੜਾ ਕਰ ਦੇਵੇ, ਉਹ ਅੰਦਰੋਂ ਉਹ ਸਹਿਜ ਖਤਮ ਨਹੀਂ ਹੁੰਦਾ। ਉਹਦੀ ਜ਼ਬਾਨ ਤੋਂ ਕਦੀ ਸੀ ਤੱਕ ਨਹੀਂ ਨਿਕਲਦੀ, ਉਹਦੀ ਜ਼ਬਾਨ ਤੋਂ ਕਦੀ ਸੀ ਤੱਕ ਵੀ ਨਹੀਂ ਨਿਕਲਦੀ। ਮਨ ਦੀ ਅਡੋਲਤਾ ਤੁਹਾਨੂੰ ਅਡੋਲ ਕਰ ਦਿੰਦੀ ਹੈ। ਮਨ ਕਿਉਂਕਿ ਸਦਾ ਚਰਨ ਕਮਲਾਂ ਵਿੱਚ ਟਿਕਿਆ ਰਹਿੰਦਾ ਹੈ, ਉਹ ਤਾਂ ਫਿਰ ਇਹ ਗੱਲ ਕਹਿੰਦਾ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਿਹੋ ਸਮਾਏ। ਚਰਨ ਕਮਲ ਚਿਤ ਰਿਹੋ ਸਮਾਏ, ਮੇਰਾ ਚਿੱਤ ਤਾਂ ਗੁਰੂ ਦੇ ਚਰਨਾਂ ਵਿੱਚ ਜੁੜ ਗਿਆ। ਜਿਵੇਂ ਜਿਵੇਂ ਮਨੁੱਖ ਪ੍ਰਭੂ ਦੀ ਬੰਦਗੀ ਦੀਆਂ ਪੌੜੀਆਂ ਨੂੰ ਚੜ੍ਹਦਾ ਜਾਂਦਾ ਹੈ, ਤਿਵੇਂ ਤਿਵੇਂ ਅੰਦਰ ਪਵਿੱਤਰ ਗੁਣਾਂ ਦਾ ਵਾਸਾ ਵੱਧਦਾ ਤੁਰਿਆ ਜਾਂਦਾ ਹੈ। ਗੁਰੂ ਦੇ ਅੰਮ੍ਰਿਤ ਬਚਨ ਜੋ ਅਸੀਂ ਪੜ੍ਹਦੇ ਹਾਂ, ਜੈਸਾ ਸੇਵੇ ਤੈਸੋ ਹੋਏ, ਬਸ ਇਹੋ ਹੀ ਹੈ। ਪਰਮੇਸ਼ਰ ਦਾ ਸਭ ਤੋਂ ਵੱਡਾ ਗੁਣ ਹੈ ਕਿ ਉਸ ਦਾ ਕਦੀ ਵੀ ਸਹਿਜ ਨਹੀਂ ਗਵਾਚਦਾ। ਇੱਕ ਪਰਮੇਸ਼ਰ ਹੈ ਹੀ ਸਹਿਜ ਦਾ ਘਰ, ਕਿਉਂਕਿ ਜੇ ਰੱਬ ਦਾ ਸਹਿਜ ਗਵਾਚ ਜਾਏ, ਜੇ ਪਰਮੇਸ਼ਰ ਦਾ ਹੀ ਸਹਿਜ ਗਵਾਚ ਜਾਏ, ਤਾਂ ਫਿਰ ਪਾਪੀਆਂ ਦਾ ਤੇ ਸੰਸਾਰੀਆਂ 'ਚ ਟਿਕਾਣਾ ਕਿੱਥੇ ਰਵੇਗਾ? ਉਹ ਤਾਂ ਪਾਪੀਆਂ ਨੂੰ ਵੀ ਰੋਟੀ ਦੇ ਰਹੇ ਨੇ। ਉਹ ਸਹਿਜ ਨਹੀਂ ਗਵਾਉਂਦਾ ਆਪਣਾ। ਉਹਦਾ ਸਭ ਤੋਂ ਵੱਡਾ ਗੁਣ ਹੈ, ਉਹਦੀ ਨਜ਼ਰ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਅਹਿਮੀਅਤ ਨਹੀਂ ਹੈ, ਕੋਈ ਵੈਲਿਊ ਨਹੀਂ ਹੈ। ਇਹਨਾਂ ਦਾ ਫਿਰ ਟਿਕਾਣਾ ਹੀ ਰਹਿੰਦਾ, ਇਹਨਾਂ ਨੂੰ ਤਾਂ ਮਾਰ ਸੁੱਟ ਦਿੰਦਾ। ਨਹੀਂ, ਕਰੋੜਾਂ ਹੀ ਜੀਵਾਂ ਨੂੰ ਪਰਮੇਸ਼ਰ ਜਿੰਦ ਜਾਣ ਦਿੰਦਾ, ਖਾਣ ਲਈ ਦਿੰਦਾ, ਪਹਿਨ ਲਈ ਦਿੰਦਾ ਹੈ, ਭਾਵੇਂ ਉਹ ਉਸ ਤੋਂ ਮੁਨੱਕਰ ਹੋਏ ਹਨ। ਪਰ ਉਹਨਾਂ ਦੀ ਰੋਜੀ, ਉਹਨਾਂ ਨੂੰ ਖਾਣ ਲਈ, ਉਹਨਾਂ ਨੂੰ ਪਾਉਣ ਲਈ ਕੱਪੜਾ ਸਾਡੇ ਨਾਲ ਵੀ ਸ਼ਾਇਦ ਵਧੀਆ ਦਿੰਦਾ ਹੋਵੇ, ਖਿਆਲ ਕਰਿਓ। ਪਰ ਪਰਮੇਸ਼ਰ ਆਪਣੀ ਸਹਿਜ ਨਹੀਂ ਗਵਾਉਂਦਾ, ਉਹਦੀ ਬੰਦਗੀ ਤੋਂ ਬਾਗੀ ਹੋਇਆਂ ਨੂੰ ਵੀ ਉਹ ਦੇਈ ਜਾਂਦਾ ਹੈ। ਇਹ ਨਾ ਸਮਝਣਾ ਉਹ ਆਪਣੀ ਖੁਸ਼ਾਮਦ ਚਾਹੁੰਦਾ ਹੈ, ਕਿਉਂਕਿ ਉਹਨੂੰ ਆਪਣੀ ਖੁਸ਼ਾਮਦ ਚਾਹੀਦੀ ਨਹੀਂ। ਖੁਸ਼ਾਮਦ ਕਰਾਂਗੇ ਕਿਹਦੀ? ਇੱਕ ਸੁਲਤਾਨ ਦੀ, ਬਾਦਸ਼ਾਹ ਦੀ ਖੁਸ਼ਾਮਦ ਉਹਨੂੰ ਮੀਆਂ ਜੀ ਕਹਿ ਕੇ ਨਹੀਂ ਹੁੰਦੀ। ਇਹ ਤਾਂ ਆਪਣੀ ਚਮੜੀ ਨੂੰ ਬਚਾਉਣ ਲਈ ਉਸ ਦੂਜੇ ਦੇਸ਼ ਵਿੱਚ ਆਏ ਹੋਏ ਕੁੱਤੇ ਵਾਂਗੂ ਪੂਛ ਪਿੱਛੇ ਨੂੰ ਦੇ ਕੇ ਲੱਤਾਂ ਵਿੱਚ ਘੁੱਟ ਕੇ ਬਸ ਆਪਣੀ ਚਮੜੀ ਨੂੰ ਬਚਾਉਣਾ ਚਾਹੁੰਦਾ ਹੈ, ਉਹਦੀ ਖੁਸ਼ਾਮਦ ਨਹੀਂ ਕਰਦਾ। ਇਸ ਤਨ ਤੋਂ ਕਿੰਨੀ ਖੁਸ਼ਾਮਦ ਕਰਾ ਸਕਦੇ ਹਾਂ, ਕਿਉਂਕਿ ਉਹਦੇ ਗੁਣਾਂ ਦਾ ਅੰਤ ਹੀ ਨਹੀਂ ਹੈ। ਉਹਦੇ ਗੁਣਾਂ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਅਸੀਂ ਅੰਤ ਦੀ ਪੌੜੀ ਜਪ ਦੀ ਬਾਣੀ 'ਚ ਪੜ੍ਹਦੇ ਹਾਂ, ਨਾ ਸਿਫਤਾਂ ਨਾਲ ਅੰਤ ਹੈ, ਨਾ ਕਹਿਣ ਨਾਲ ਅੰਤ ਹੈ, ਨਾ ਬੋਲਣ ਨਾਲ ਅੰਤ ਹੈ, ਨਾ ਸੁਣਨ ਨਾਲ ਅੰਤ ਹੈ। ਉਹ ਬੇਅੰਤ ਹੈ। ਬੇਅੰਤਾ ਬੇਅੰਤ ਗੁਣ ਤੇਰੇ ਹਨ। ਗੁਰੂ ਪਾਤਸ਼ਾਹ ਜੀ ਕਹਿੰਦੇ, ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਪਰਮੇਸ਼ਰ ਇੱਕ ਸਹਿਜ ਹੈ, ਸਹਿਜ ਦਾ ਘਰ ਹੈ। ਸਾਨੂੰ ਜੀਵਾਂ ਨੂੰ, ਮਾੜੇ ਕਰਮ ਕਰਦਿਆਂ ਨੂੰ ਵੀ ਵੇਖਦਿਆਂ ਹੋਇਆਂ ਵੀ, ਸਾਡੇ ਮਾੜੇ ਕਰਮਾਂ ਨੂੰ ਦੇਖਦਿਆਂ ਹੋਇਆਂ ਵੀ ਕਦੀ ਕਿਸੇ ਦੇ ਔਗਣ ਨਹੀਂ ਚਿਤਾਰਦਾ। ਭਾਵ ਔਗਣ ਚਿਤਾਰ ਕੇ ਉਸ ਦੀ ਪ੍ਰਤਪਾਲਨਾ ਵਿੱਚ ਕੋਈ ਕਮੀ ਨਹੀਂ ਆਉਣ ਦਿੰਦਾ। ਖਿਆਲ ਕਰਨਾ, ਔਗਣਾਂ ਨੂੰ ਦੇਖ ਕੇ ਉਹਦੀ ਪ੍ਰਤਪਾਲਨਾ ਵਿੱਚ ਕੋਈ ਕਮੀ ਨਹੀਂ। ਗੁਰੂ ਪਾਤਸ਼ਾਹ ਜੀ, ਸੱਚੇ ਪਾਤਸ਼ਾਹ ਜੀ ਨੇ ਗੱਲ ਸਮਝਾਈ ਹੈ ਸੋਰਠ ਰਾਗ ਵਿੱਚ। ਕੋਟ ਬ੍ਰਹਿਮੰਡ ਕੋ ठाकुर स्वामी सर्व जिया का दाता रे, प्रत पाले जित सार संभाले, एक गुरने मूर्ख जाता है।
ਉਹਦਾ ਦੱਦਾ ਦਾਤਾ ਏਕ ਹੈ, ਸਭ ਕੁ ਦੇਵਨਹਾਰ ਹੈ। ਰੱਬੀ ਪਿਆਰ ਵਾਲਾ, ਰੱਬੀ ਪਿਆਰ ਵਿੱਚ ਰੰਗਿਆ ਹੋਇਆ ਭਾਗਾਂ ਵਾਲਾ ਮਨੁੱਖ ਜਦੋਂ ਦਿਨ ਰਾਤ ਦੀ ਮਿਹਨਤ ਕਰਕੇ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਅਥਾਹ ਕਿਰਪਾ ਦਾ ਸਦਕਾ ਨਾਮ ਧਨ ਦੇ ਖਜ਼ਾਨੇ ਦਾ ਮਾਲਕ ਬਣ ਜਾਂਦਾ ਹੈ, ਧਾਰਨੀ ਹੋ ਜਾਂਦਾ ਹੈ, ਤਾਂ ਉਸ ਦਾ ਮਨ ਫਿਰ ਕਿਤੇ ਬਾਹਰ ਨਹੀਂ ਜਾਂਦਾ, ਅੰਦਰ ਟਿਕਾ ਵਿੱਚ ਆ ਜਾਂਦਾ ਹੈ, ਅਧਿਆਤਮਕ ਰਸ ਨਾਲ ਮਸਤ ਝੂਮ ਉੱਠਦਾ ਹੈ ਤੇ ਉਸ ਮਸਤੀ ਵਿੱਚ ਫਿਰ ਗੁਰੂ ਅੱਗੇ ਬੇਨਤੀਆਂ ਜੋਦਰੀਆਂ ਤਰਲੇ ਕਰ ਕਰ ਕਹਿੰਦਾ ਹੈ ਕਿ ਮਾਈ ਮੈਂ ਧਨ ਪਾਇਓ ਹਰ ਨਾਮ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਮ ਤੇ ਛੁਟਿਓ, ਕਰ ਬੈਠੋ ਵਿਸਰਾਮ। ਫਿਰ ਕਹਿੰਦਾ ਹੈ ਮਨ ਮਾਈ ਮੈਂ ਧਨ ਪਾਇਓ ਹਰ ਨਾਮ, ਹੁਣ ਤਾਂ ਮੈਨੂੰ ਇਹੋ ਜਿਹਾ ਧਨ ਮਿਲ ਗਿਆ, ਇਹੋ ਜਿਹਾ ਧਨ ਮਿਲ ਗਿਆ ਜਿਸ ਧਨ ਦੇ ਨਾਲ ਮੇਰਾ ਜੀਵਨ ਟਿਕਾਊ ਵਿੱਚ ਆ, ਵਿਸਰਾਮ ਵਿੱਚ ਆ ਗਿਆ, ਭਟਕਦਾ ਹੀ ਨਹੀਂ। ਗੁਰੂ ਦੇ ਪਿਆਰ ਵਿੱਚ ਰੰਗੇ ਹੋਏ ਮਨੁੱਖ ਦੇ ਅੰਦਰ ਸਹਿਜ ਬਣਿਆ ਰਹਿੰਦਾ ਹੈ। ਮਨ ਦੀ ਭਟਕਣਾ ਦਾ ਕਾਰਨ ਹੁੰਦਾ ਹੈ ਸਰੀਰ ਵੀ ਫਿਰ ਭਟਕਦਾ ਹੈ। ਜੇ ਮਨ ਨਹੀਂ ਭਟਕਦਾ ਤਾਂ ਸਰੀਰ ਵੀ ਦਸ਼ਾ ਦਿਸ਼ਾਵਾਂ ਵੱਲ ਨਹੀਂ ਭਟਕਦਾ। ਗੁਰਮੁਖ ਦਾ ਮਨ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, 9 ਦੁਆਰਿਆਂ ਤੋਂ ਉੱਚਾ ਉੱਠਦਾ ਹੈ। ਇਹਨਾਂ ਇੰਦਰੀਆਂ ਨੂੰ ਆਪਣੇ ਥੱਲੇ ਰੱਖਦਾ ਹੈ, ਗੁਲਾਮੀ ਬਣ ਕੇ ਜ਼ਿੰਦਗੀ ਨਹੀਂ ਜਿਉਂਦਾ। ਕਰਮ ਅੰਦਰੇ ਗਿਆਨ ਅੰਦਰੇ ਦੇ ਅਧੀਨ ਹੋ ਜਾਂਦੇ ਹਨ। ਮਨ ਬਾਹਰ ਵੱਲੋਂ ਇਹਨਾਂ ਦੁਆਰਿਆਂ ਨਾਲ ਹੀ ਤਾਂ ਜਾਂਦਾ ਹੈ। ਅੱਖਾਂ ਵੇਖਦੀਆਂ ਨੇ ਤੇ ਮਨ ਰੂਪ ਤੇ ਦੇਖ ਕੇ ਖਿੱਚਿਆ ਜਾਂਦਾ ਹੈ, ਕੰਨ ਸੁਣਦੇ ਨੇ ਤੇ ਮਨ ਉਧਰ ਖਿੱਚਿਆ ਜਾਂਦਾ ਹੈ, ਨੱਕ ਸੁਗੰਧੀ ਲੈਂਦਾ ਤੇ ਮਨ ਉਧਰ ਨੂੰ ਦੇਖ ਲੈਂਦਾ ਹੈ, ਜੀਭ ਸਵਾਦਾਂ ਨਾਲ ਪਿੱਟੀ ਹੋਈ ਹੈ, ਸਵਾਦਾਂ ਦੇ ਦੇਖ ਕੇ ਮਨ ਖਿੱਚਿਆ ਜਾਂਦਾ। ਇਹਨਾਂ 9 ਦੁਆਰਿਆਂ ਰਾਹੀਂ ਹੀ ਤਾਂ ਮਨ ਬਾਹਰ ਮੁਖੀ ਹੁੰਦਾ ਹੈ, ਜਿਹੜੇ ਗੁਰੂ ਪਾਤਸ਼ਾਹ ਜੀ ਨੇ 9 ਪ੍ਰਗਟ ਕੀਤੇ ਹੋਏ ਨੇ। ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਉਹ ਰਸਤਾ ਹੁਣ ਦਿਖਾ ਦਿੱਤਾ ਜਿੱਥੇ ਮਨ ਦੀ ਭਟਕਣਾ ਮੁੱਕ ਜਾਂਦੀ ਹੈ। ਸਤਿਗੁਰੂ ਜੀ ਉਹ ਰਸਤਾ ਕਿਹੜਾ ਹੈ? ਗੁਰ ਦਿਖਲਾਈ ਮੂਰੀ ਜਿਤ ਮਿਰਗ ਪਰ ਪੜਤ ਹੈ ਚੋਰੀ, ਮੂੰਦ ਲਿਏ ਦਰਵਾਜੇ ਬਾਜੀ ਹੀਲੇ ਅਨਹਦ ਬਾਜੇ। ਇਹ ਮੋਰੀ ਦਿਖਾਈ, ਗੁਰ ਦਿਖਲਾਈ ਮੋਰੀ, ਰਸਤਾ ਦਿਖਾਤਾ। ਬਾਹਰ ਜਾਂਦਾ ਮਨ 9 ਦੁਆਰਿਆਂ ਨੂੰ ਬੰਦ ਕਰਕੇ ਅੰਦਰ ਟਿਕਿਆ, ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ। ਇਹਨੂੰ ਕਹਿੰਦੇ ਨੇ 10ਵਾਂ ਦੁਆਰ। ਇਹੋ ਹੀ 10ਵਾਂ ਦੁਆਰ ਹੈ ਗੁਰਮਤਿ ਦਾ। ਗੁਰਮਤਿ ਦਾ ਦੁਆਰ, 10ਵਾਂ ਦੁਆਰ ਕੋਈ ਸਮਾਧੀਆਂ ਨਾਲ ਨਹੀਂ ਆਉਂਦਾ। ਗੁਰਮਤਿ ਦਾ ਦੁਆਰ ਕੋਈ ਸਾਹ ਅੰਦਰ ਤੇ ਬਾਹਰ ਖਿੱਚਣ ਦੀ ਕਿਰਿਆ ਨਹੀਂ ਹੈ। ਗੁਰਮਤਿ ਦਾ 10ਵਾਂ ਦੁਆਰ ਕੋਈ ਮੱਥੇ ਦੀ ਤ੍ਰਿਕੁਟੀ ਵਿੱਚ ਨਹੀਂ ਹੈ। ਗੁਰਮਤਿ ਦਾ 10ਵਾਂ ਦੁਆਰ ਕਿਤੇ ਹੋਰ ਨਹੀਂ, ਬਸ ਭਟਕਦੇ ਹੋਏ ਮਨ ਨੇ ਸਹਿਜ ਵਿੱਚ ਟਿਕ ਜਾਣਾ ਹੀ ਗੁਰਮਤਿ ਦਾ 10ਵਾਂ ਦੁਆਰ ਹੈ। ਇਹੋ ਹੀ 10ਵਾਂ ਦੁਆਰ ਹੈ, ਇਹਨੂੰ ਹੀ 10ਵਾਂ ਦੁਆਰ ਕਿਹਾ ਜਾਂਦਾ ਹੈ। ਇਹ ਦੇਖਦਾ ਕੌਣ ਹੈ? ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਗੁਰਦੁਆਰੇ ਲਾਏ ਭਾਵਨੀ, ਜਿਨ੍ਹਾਂ ਦਾ ਪਿਆਰ ਮੁਹੱਬਤ ਗੁਰੂ ਦੇ ਦਰ ਨਾਲ ਹੋਇਆ। ਅੰਦਰ ਦਾ ਸਹਿਜ ਹੀ ਸਹਿਜ ਵਰਤਾ ਹੈ। ਗੁਰਮੁਖ ਦਾ ਅੰਦਰ ਸਦਾ ਅਡੋਲ ਸ਼ਾਂਤ ਹੈ। ਮਨ ਜਿਨ੍ਹਾਂ ਕਾਰਨਾਂ ਕਰਕੇ ਬੰਦਗੀ ਦੇ ਰਾਹ ਤੇ ਪੈ ਨਹੀਂ ਸੀ ਪੈਂਦਾ, ਉਹ ਦੋਵੇਂ ਕਾਰਨ ਇੱਥੇ ਖਤਮ ਹੋ ਜਾਂਦੇ ਹਨ। ਪਹਿਲਾ ਕਾਰਨ ਸੀ ਮਨ ਮਾਇਆ ਦੀ ਨੀਂਦ ਵਿੱਚ ਸੁੱਤਾ ਹੋਇਆ। ਨੀਂਦਰ ਮਨ ਨੂੰ ਆਪਣੀ ਗੋਦ ਵਿੱਚ ਲੈ ਕੇ
ਬੰਦਗੀ ਦੇ ਰਾਹ ਵਿੱਚ ਸਦਾ ਰੁਕਾਵਟ ਬਣੀ ਰਹਿੰਦੀ ਸੀ। ਇਹ ਮਾਇਆ ਦੀ ਨੀਂਦ ਇਸ ਮਨ ਨੂੰ ਆਪਣੀ ਗੋਦ ਵਿੱਚ ਲੈ ਕੇ, ਗੋਦੀ ਵਿੱਚ ਬਿਠਾ ਕੇ ਝੂਲੇ ਹੀ ਦਿੰਦੀ ਰਹਿੰਦੀ ਸੀ ਔਰ ਸਦਾ ਲਈ ਮਨ ਨੂੰ ਬੰਦਗੀ ਦੇ ਰਾਹ ਵਿੱਚ ਰੁਕਾਵਟ ਪਾਉਣ ਤੋਂ ਰੋਕਦੀ ਸੀ। ਦੂਜਾ ਸੀ ਮਨ ਦੀ ਭੁੱਖ। ਹੁਣ ਮਨ ਦੀ ਭੁੱਖ ਵੀ ਖਤਮ ਹੋ ਗਈ, ਭਟਕਣਾ ਵੀ ਮੁੱਕ ਗਈ। ਹਰੇਕ ਜੀਵ ਮਨ ਦੀ ਭੁੱਖ ਕਰਕੇ ਹੀ ਜ਼ਿਆਦਾ ਦੁਖੀ ਹੁੰਦਾ ਹੈ। ਦੁੱਖ ਦਾ ਮੂਲ ਕਾਰਨ ਮਨ ਦੀ ਭੁੱਖ ਹੈ। ਤਨ ਦੀ ਭੁੱਖ ਹੀ ਤਾਂ ਬਹੁਤ ਥੋੜੀ ਹੈ, ਖਿਆਲ ਕਰਿਓ, ਉਹ ਤਾਂ ਥੋੜੀ ਬਹੁਤ ਖਾ ਕੇ ਰੱਜ ਜਾਂਦਾ। ਮਨ ਦੀ ਭੁੱਖ ਤਾਂ ਰੱਜਦੀ ਨਹੀਂ। ਜੋ ਪਾਵਕ ਈਦਨ ਨਹੀਂ ਤਰਾਪੈ, ਜਿਵੇਂ ਅੱਗ ਬਾਲਣ ਤੋਂ ਨਹੀਂ ਰੱਜਦੀ, ਮਨ ਦੀ ਭੁੱਖ ਵੀ ਦੁਨੀਆ ਦੇ ਪਦਾਰਥਾਂ ਦਾ ਚੋਗਾ ਪਾ ਪਾ ਕੇ ਚੁਗ ਚੁਗ ਕੇ ਨਹੀਂ ਰੱਜਦੀ। ਇਹ ਰੱਜਦੀ ਨਹੀਂ ਮਨ ਦੀ ਭੁੱਖ। ਤਨ ਦੀ ਭੁੱਖ ਤਾਂ 2-4 ਪ੍ਰਸ਼ਾਦਿਆਂ ਨਾਲ 10 ਖਾ ਲੇ, 15 ਕਿੰਨੇ ਪ੍ਰਸ਼ਾਦੇ ਖਾ ਲੇਗਾ। ਤਨ ਦੀ ਭੁੱਖ ਤਾਂ ਬਹੁਤ ਛੋਟੀ ਹੈ। ਅਸਲ ਭੁੱਖ ਤਾਂ ਮਨ ਦੀ ਹੈ, ਜਿਹੜੀ ਸਹਿਜ ਖਟੇ ਲੱਕ ਉੜਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਇਸ ਪਾਸੇ ਨੂੰ ਤੁਰ ਪੈਂਦਾ ਹੈ। ਅਸਲੀ ਭੁੱਖ ਤਨ ਦੀ ਨਹੀਂ, ਮਨ ਦੀ ਹੈ। ਕਿਉਂਕਿ ਮਨ ਕਦੀ ਤ੍ਰਿਪਤ ਹੁੰਦਾ ਹੀ ਨਹੀਂ ਜਦ ਤੱਕ ਇਹਨੂੰ ਨਾਮ ਅੰਮ੍ਰਿਤ ਦੀ ਵਰਖਾ ਨਾਲ ਇਹ ਸਿੰਜਿਆ ਨਹੀਂ ਜਾਂਦਾ। ਮਨ ਦੀ ਭੁੱਖ ਮਿਟ ਗਈ ਇਸ ਅਵਸਥਾ ਵਿੱਚ ਆ। ਇੱਥੇ ਨਾਮ ਦਾ ਸੁੱਖ ਟਿਕ ਗਿਆ ਹੈ। ਇੱਥੇ ਦੁੱਖ ਜਾਂ ਸੁੱਖ ਦੀ ਕੈਦ ਤੋਂ ਮੁਕਤੀ ਹੋ ਗਈ ਹੈ। ਆਤਮਾ ਦਾ ਪ੍ਰਕਾਸ਼ ਦੇਖ ਕੇ, ਅੰਦਰ ਵਸਦੇ ਹੋਏ ਪਰਮੇਸ਼ਰ ਦਾ ਦੀਦਾਰ ਕਰਕੇ ਅੰਦਰ ਦਾ ਆਨੰਦ ਬਣਿਆ ਰਹਿੰਦਾ ਹੈ। ਸਤਿਗੁਰ ਦਾ ਇੱਕ ਬਚਨ ਆਉਂਦਾ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ 10ਵੇਂ ਆਕਾਸ਼, ਤਿੱਥੇ ਊਂਗ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪਰਗਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪਰਗਾਸ। 1414 ਅੰਕ ਤੇ ਗੁਰੂ ਪਾਤਸ਼ਾਹ ਦਾ ਬਚਨ ਹੈ। ਕਿਹੜਾ? ਗੁਰਮੁਖ ਅੰਤਰ ਸਹਿਜ ਹੈ। ਮਨ ਤਾਂ ਸਹਿਜ ਦੀਆਂ ਉਡਾਰੀਆਂ ਲਾਉਂਦਾ ਹੈ। 10ਵਾਂ ਦੁਆਰ ਚੜ੍ਹਨ ਦਾ ਮਤਲਬ ਸਹਿਜ ਆ ਗਈ। ਮਨ ਚੜਿਆ 10ਵੇਂ ਆਕਾਸ਼ ਦਾ ਮਤਲਬ ਇਹੋ ਹੀ ਸਹਿਜ ਹੈ, ਇਹੋ ਹੀ 10ਵਾਂ ਆਕਾਸ਼ ਹੈ, ਇਹੋ ਹੀ 10ਵਾਂ ਦੁਆਰ ਹੈ। ਜ਼ਿੰਦਗੀ ਦੇ ਖੇਤਰ ਵਿੱਚ, ਜ਼ਿੰਦਗੀ ਦੀ ਖੇਡ ਵਿੱਚ ਜਿੱਧਰ ਨਜ਼ਰ ਮਾਰ ਕੇ ਦੇਖੀਏ, ਸਹਿਜ ਦਾ ਹੋਣਾ ਬੜਾ ਜ਼ਰੂਰੀ ਹੈ, ਭਾਵੇਂ ਕੰਮ ਕੋਈ ਵੀ ਹੋਵੇ। ਹਵਾ ਸਹਿਜ ਨਾਲ ਚੱਲਦੀ ਹੈ, ਮਨੁੱਖ ਨੂੰ ਜੀਵਨ ਦਿੰਦੀ ਹੈ, ਸੁੱਖ ਮਿਲਦਾ ਹੈ। ਪਰ ਜੇ ਕਿਤੇ ਹਵਾ ਸਹਿਜ ਵਿੱਚੋਂ ਥੋੜਾ ਜਿਹਾ ਰਸਤਾ ਬਦਲ ਲਵੇ ਤਾਂ ਫਿਰ ਹਨੇਰੀਆਂ ਆਉਂਦੀਆਂ ਹਨ, ਝੱਖੜ ਝੁੱਲਦੇ ਹਨ। ਸੁੱਖ ਦੇਣ ਦੀ ਥਾਂ ਤੇ ਦੁੱਖਾਂ ਦੀਆਂ ਪੰਡਾਂ ਖੋਲ ਕੇ ਰੱਖ ਦਿੰਦੀ ਹੈ। ਦਰਖਤਾਂ ਦੇ ਦਰਖਤ ਟੁੱਟ ਸੜਕਾਂ ਤੇ ਡਿੱਗ ਪੈਂਦੇ ਨੇ, ਖੰਭਿਆਂ ਦੇ ਖੰਭੇ ਬਿਜਲੀ ਦੀਆਂ ਖੰਭੇ ਟੁੱਟ ਕੇ ਅੰਦਰ ਡਿੱਗ ਪੈਂਦੇ। ਸਹਿਜ ਵਿੱਚ ਚੱਲ ਰਹੀ ਹੈ, ਭੈ ਵਿੱਚ ਚੱਲਦੀ ਹੈ। ਭੈ ਵਿੱਚ ਪਵਨ ਵਹੇ ਸਦ ਬਾਹੂ, ਬਹੁਤ ਹੀ ਕਮਾਲ ਦੀ ਚੀਜ਼ ਹੈ। ਸਹਿਜ ਵਿੱਚ ਹੈ ਤੇ ਸੁਖਦਾਈ ਹੈ, ਸਹਿਜ ਤੋਂ ਪਰਾਂ ਹੋਈ ਦੁਖਦਾਈ ਬਣ ਗਈ। ਹਵਾ ਹਨੇਰੀ ਬਣੀ, ਦੁੱਖ ਦੀਆਂ ਪੰਡਾਂ ਖੋਲ ਦਿੱਤੀਆਂ। ਦਰਿਆ ਸਹਿਜ ਵਿੱਚ ਵਗਦੇ ਹਨ, ਪਾਣੀ ਸਹਿਜ ਵਿੱਚ ਵਗਦਾ ਹੈ, ਸੁਖਦਾਈ ਹੈ। ਜੇ ਪਾਣੀ ਦਾ ਸਹਿਜ ਕਿਤੇ ਖਤਮ ਹੋ ਜਾਏ ਤਾਂ ਹੜ੍ਹ ਬਣ ਕੇ ਲੋਕਾਂ ਦੇ ਘਰਾਂ ਦੇ ਘਰ, ਕਲੋਨੀਆਂ ਦੀਆਂ ਕਲੋਨੀਆਂ, ਮਹੱਲਿਆਂ ਦੇ ਮਹੱਲੇ, ਸ਼ਹਿਰਾਂ ਦੇ ਸ਼ਹਿਰ ਤਬਾਹੀ ਕਰਕੇ ਰੱਖ ਦਿੰਦਾ ਹੈ। ਦੇਖੋ ਤਾਂ ਸਹੀ ਜੀਵਨ, ਆਪਾਂ ਦੇਖ ਕੇ ਤਾਂ ਵੇਖੀਏ ਗੱਲਾਂ। ਪਾਣੀ ਸਹਿਜ ਵਿੱਚ ਚੱਲਦਾ ਰਹੇ, ਠੀਕ ਹੈ। ਘਰਾਂ ਵਿੱਚ ਅੱਗ ਦੇਖਦੇ ਹਾਂ, ਅੱਗ ਬਾਲਦੇ ਹਾਂ। ਅੱਗ ਮਨੁੱਖ ਦੀ ਨੌਕਰੀ ਕਰਦੀ ਹੈ, ਚਾਕਰੀ ਕਰਦੀ ਹੈ, ਸੇਕ ਦਿੰਦੀ ਹੈ, ਰੋਟੀ ਪਕਾਉਂਦੀ ਹੈ,
ਘਰਾਂ ਦੇ ਕਈ ਕੰਮ ਸਵਾਰਦੀ ਹੈ, ਪਰ ਜੇ ਇਹ ਕੰਮ ਅੱਗ ਸਹਿਜ ਤੋਂ ਬਾਹਰ ਹੋ ਜਾਏ, ਘਰ ਤਾਂ ਕੀ ਸਾਰਾ ਮੁਹੱਲੇ ਨੂੰ ਸਾੜ ਕੇ, ਸਾਰੇ ਸ਼ਹਿਰ ਨੂੰ ਸਾੜ ਕੇ, ਆ ਲੱਗੀਆਂ ਹੋਈਆਂ ਅੱਗਾਂ ਨੂੰ ਕਦੀ ਦੇਖੋ ਕੈਲੀਫੋਰਨੀਆ ਵਿੱਚ ਕੀ ਹਾਲ ਹੋਇਆ। ਅੱਗ ਆਪਣੇ ਸਹਿਜ ਤੋਂ ਬਾਹਰ ਹੋ, ਅੱਗ ਬੁਝਾਊ ਗੱਡੀਆਂ ਵੀ ਕੰਮ ਨਾ ਕਰ ਸਕੀਆਂ। ਬਸ ਮਨੁੱਖ ਦੀ ਜ਼ਿੰਦਗੀ ਵੀ ਤੇ ਇਹੋ ਹੀ ਹੈ, ਮਨੁੱਖ ਦਾ ਜੀਵਨ ਵੀ ਤੇ ਇਹੋ ਕੁਛ ਹੀ ਹੈ। ਜੀਵਨ ਅੰਦਰ ਸਹਿਜ ਹੈ, ਇਹ ਮਨੁੱਖ ਲਈ ਹਰ ਪਦਾਰਥ ਸਹਾਈ ਹਨ, ਪਰ ਜੇਕਰ ਸਹਿਜ ਨਾ ਹੋਵੇ ਤੇ ਮਨੁੱਖ ਫਿਰ ਦੇਵਤਾ ਬਣਨ ਦੀ ਥਾਂ ਤੇ ਦੈਂਤ ਦਾ ਰੂਪ ਧਾਰਨ ਕਰ ਲੈਂਦਾ ਹੈ। ਅੰਦਰੋਂ ਸਹਿਜ ਮੁੱਕਿਆ ਨਹੀਂ ਤੇ ਮਨੁੱਖ ਦੇਵਤੇ ਦੀ ਥਾਂ ਤੇ ਦੈਂਤ ਬਣ ਕੇ ਖੜਾ ਹੋ ਗਿਆ। ਪਰ ਪ੍ਰੀਤਮ ਦਾ ਦੀਦਾਰ ਪਾ ਕੇ ਸਹਿਜ ਪੈਦਾ ਹੁੰਦਾ ਹੈ। ਜਿੱਥੇ ਸਹਿਜ ਹੈ ਉੱਥੇ ਸੰਸਾਰ ਦਾ ਭਲਾ ਹੈ। ਇਹੋ ਜਿਹਾ ਮਨੁੱਖ ਫਿਰ ਇਕੱਲਾ ਆਪਣੇ ਦਾ ਨਹੀਂ, ਕੇਵਲ ਆਪਣੇ ਪਰਿਵਾਰ ਦਾ ਨਹੀਂ, ਕੇਵਲ ਆਪਣੇ ਮੁਹੱਲੇ ਦਾ ਨਹੀਂ, ਇਹੋ ਜਿਹਾ ਮਨੁੱਖ ਸੰਸਾਰ ਦਾ ਭਲਾ ਲੋਚਦਾ ਹੈ। ਬੜੀ ਖੂਬਸੂਰਤ ਉਦਾਹਰਨ ਦੇ ਕੇ ਸਤਿਗੁਰੂ ਨੇ ਸੁਨਿਆਰੇ ਦੀ ਇੱਕ ਢੰਗ ਦੱਸਿਆ ਬੰਦਗੀ ਕਰਨ ਦਾ। ਸੁਨਿਆਰੇ ਦੀ ਕਲਾ ਬੜੀ ਸਹਿਜ ਦੀ ਹੈ। ਇਹਦੀ ਸੁਨਿਆਰੇ ਦੀ ਕਲਾ ਨੂੰ ਦੇਖੋ, ਗਹਿਣਿਆਂ ਨੂੰ ਘੜਨਾ ਹੋਵੇ, ਹਲਕੀ ਅੱਗ, ਹਲਕਾ ਥੋੜਾ, ਹਲਕੀ ਸੱਟ, ਬੜੀ ਸਹਿਜ ਦੀ ਕਲਾ ਹੈ। ਥੋੜੀ ਜਿਹੀ ਭੂਕਣੀ ਨੂੰ ਤੇਜ਼ ਕਰ ਦੇਵੇ ਤਾਂ ਸੋਨਾ ਉੱਡ ਜਾਏਗਾ, ਅੱਗ ਦਾ ਸੇਕ ਤਾਜ਼ਾ ਕਰ ਦੇ ਸੋਨਾ ਸੜ ਜਾਏਗਾ। ਉਹਦੀ ਕਲਾ ਬੜੀ ਸਹਿਜ ਦੀ ਹੈ। ਤੇ ਗੁਰੂ ਪਾਤਸ਼ਾਹ ਜੀ ਨੇ, ਗੁਰਬਾਣੀ ਨੇ ਉਦਾਹਰਨ ਵੀ ਦਿੱਤੀ ਹੈ। ਮਨ ਰਾਮ ਨਾਮਾ ਬੇਰੀਅਲੇ, ਜੈਸੇ ਕਰ ਕਲਾ ਚਿਤ ਮਾਂਡੀਅਲੇ। ਸੋਨੇ ਦੀ ਉਦਾਹਰਨ ਦੇ ਕੇ ਸਮਝਾਈ। ਕਿਸੇ ਕਦੀ ਚਿੱਤਰਕਾਰ ਨੂੰ ਦੇਖਿਆ, ਮੂਰਤੀ ਘਾੜੇ ਨੂੰ ਦੇਖਿਆ, ਜਦੋਂ ਉਹ ਆਪਣੀ ਕਲਾ ਪ੍ਰਗਟ ਕਰਦਾ ਹੈ, ਉਸ ਕਲਾ ਵਿੱਚ ਵੀ ਉਹਦੀ ਸਹਿਜ ਪ੍ਰਗਟ ਹੁੰਦਾ ਹੈ। ਕਿਉਂਕਿ ਕਲਾ ਕਰਦਾ ਘੜਨਾ ਜਾਂ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰੱਬੀ ਗੁਣ ਗਾਉਣ ਲਈ ਵੀ ਸਾਨੂੰ ਸਹਿਜ ਦੀ ਗੱਲ ਕੀਤੀ ਹੈ। ਸਹਿਜ ਤੋਂ ਬਿਨਾਂ ਤਤ ਪ੍ਰਾਪਤ ਨਹੀਂ ਹੁੰਦਾ। ਜੇ ਰੱਬੀ ਗੁਣ ਵੀ ਸਹਿਜ ਵਿੱਚ ਨਾ ਗਾਏ ਜਾਣ ਤਾਂ ਫਿਰ ਤਤ ਵੀ ਨਹੀਂ, ਮੂਲ ਵੀ ਚਲਿਆ ਜਾਂਦਾ ਹੈ। ਇਹਦਾ ਮਤਲਬ ਗੁਰੂ ਦੀ ਬੰਦਗੀ, ਗੁਰੂ ਦੇ ਗੁਣ ਗਾਉਣੇ ਇੱਕ ਸਹਿਜ ਕਲਾ ਹੈ। ਅਸੀਂ ਬੜੀ ਵਾਰੀ ਸ਼ਬਦ ਸੁਣਿਆ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਬੰਦਗੀ ਇੱਕ ਸਹਿਜ ਦੀ ਕਲਾ ਹੈ। ਬੰਦਗੀ ਰਾਸਾਂ ਪਾਉਣੀਆਂ ਨਹੀਂ, ਬੰਦਗੀ ਘੁੰਗਰੂ ਪਾ ਕੇ ਨੱਚਣਾ ਨਹੀਂ, ਬੰਦਗੀ ਭੌਰਿਆਂ ਵਿੱਚ ਵੜ ਕੇ ਨਹੀਂ, ਬੰਦਗੀ ਕੇਸਾਂ ਨੂੰ ਕਿੱਲੀਆਂ ਨਾਲ ਬੰਨ੍ਹ ਕੇ ਨਹੀਂ ਹੁੰਦੀ, ਨਾ ਹੀ ਬੰਦਗੀ ਬੋਲੀਆਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਹੁੰਦੀ ਹੈ। ਇਹ ਬੰਦਗੀ ਤੇ ਇੱਕ ਸਹਿਜ ਦੀ ਕਲਾ ਹੈ। ਬੰਦਗੀ ਅੰਦਰ ਨਾਲ ਸੰਬੰਧ ਰੱਖਦੀ ਹੈ। ਜਦੋਂ ਗੁਰੂ ਦੇ ਬਖਸ਼ੇ ਹੋਏ ਵਿਸ਼ਵਾਸ ਦੇ ਨਾਲ ਹਰੀ ਦੀ ਮਾਲਕ ਦੀ ਬੰਦਗੀ ਕਰਦਾ ਹੈ, ਦਰਸ਼ਨ ਹੋ ਜਾਂਦੇ ਹਨ ਤੇ ਬੰਦਗੀ ਕਰਨ ਦਾ ਢੰਗ ਵੀ ਬਦਲ ਜਾਂਦਾ ਹੈ। ਹੁਣ ਤਾਂ ਹਰ ਪਾਸੇ ਉਹਨੂੰ ਹਰੀ ਵੇਖ ਕੇ, ਹਰ ਪਾਸੇ ਹਰੀ ਨੂੰ ਦੇਖ ਕੇ ਉਹਦਾ ਹੀ ਸਿਮਰਨ ਕਰਦਾ ਹੈ। ਉਹ ਤਾਂ ਕੁਦਰਤ ਵਿੱਚੋਂ ਕਾਦਰ ਨੂੰ ਦੇਖਦਾ ਹੈ, ਕਿਉਂਕਿ ਸਹਿਜ ਆ ਗਿਆ। ਜਬ ਦੇਖਾਂ ਤਬ ਗਾਵਾਂ, ਜਬ ਦੇਖਾ ਤਬ ਗਾਵਾਂ। ਜਿੱਥੇ ਦੇਖਿਆ ਉੱਥੇ ਗਾ ਲਿਆ, ਜਿੱਥੇ ਬਾਹਰ ਨਜ਼ਰ ਪਈ ਕੁਦਰਤ ਦੇ ਹਰ ਜ਼ਰੇ ਜ਼ਰੇ ਵਿੱਚ ਉਹਦੇ ਵਸਦੇ ਹੋਏ ਨੂੰ ਦੇਖ ਕੇ ਵਡਿਆਈ ਜ਼ਬਾਨ ਤੋਂ ਨਿਕਲ ਗਈ। ਕਿਆ ਸੋਹਣਾ ਫੁੱਲ ਹੈ, ਕਿਆ ਸੋਹਣੀ ਬਨਸਪਤੀ ਹੈ, ਕਿਆ ਸੋਹਣੀ ਇਮਾਰਤ ਹੈ, ਕਿਆ ਸੋਹਣਾ ਰੂਪ ਹੈ। ਇਹ ਸਹਿਜਤੀ ਹੈ। ਤੋ ਜਨ ਧੀਰਜ ਪਾਵਾਂ। ਧੀਰਜ ਕਦੋਂ ਹੁੰਦਾ ਹੈ? ਜਦੋਂ ਕੁਦਰਤ ਵਿੱਚੋਂ ਕਾਦਰ ਨੂੰ ਦੇਖਦਾ।
ਜਦੋਂ ਸਤਿਗੁਰੂ ਜੀ ਨੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਿੱਧਾ ਨਾਲ ਸਮੇਰ ਪਰਬਤ ਤੇ ਜਾ ਕੇ ਵਿਚਾਰ ਕੀਤੀ, ਤੇ ਉਹਨਾਂ ਨੇ ਆਖਿਆ ਅਸੀਂ ਥੋੜੀ ਜੀ ਭੰਗ ਜਾਂ ਸ਼ਰਾਬ ਪੀ ਲੈਂਦੇ ਆ, ਇਹਦਾ ਮਸਤੀ ਚੜ ਜਾਂਦੀ ਹੈ, ਸਹਿਜ ਵਿੱਚ ਜੁੜਨਾ ਹੈ, ਪਰਮੇਸ਼ਰ ਦੇ ਜੁੜਨਾ ਦਾ ਸਾਨੂੰ ਸਹਿਜ ਜਿਹਾ ਮਿਲਦਾ ਹੈ, ਟਿਕਾਓ ਜਿਹਾ ਮਿਲਦਾ ਹੈ। ਅਸੀਂ ਇਸ ਅਵਸਥਾ ਵਿੱਚ ਪਹੁੰਚ ਕੇ ਆਨੰਦ ਮਾਣਦੇ ਹਾਂ, ਤੇ ਇਹ ਆਨੰਦ ਗੁਰੂ ਪਾਤਸ਼ਾਹ ਹੱਸ ਪਏ, ਗੁਰੂ ਨਾਨਕ ਪਾਤਸ਼ਾਹ ਜੀ ਹੱਸ ਕੇ ਅੱਗੋਂ ਬੜਾ ਕਹਿਣ ਲੱਗੇ, ਤੁਹਾਨੂੰ ਸਹਿਜ ਦੀ ਅਵਸਥਾ ਦਾ ਪਤਾ ਹੀ ਨਹੀਂ। ਭਲਿਓ, ਸਹਿਜ ਦੀ ਅਵਸਥਾ ਤੁਹਾਨੂੰ ਪਤਾ ਹੀ ਨਹੀਂ। ਜੇ ਤੁਹਾਨੂੰ ਸਹਿਜ ਦੀ ਅਵਸਥਾ ਦਾ ਪਤਾ ਹੁੰਦਾ, ਜੇ ਸੱਚਮੁੱਚ ਤੁਸੀਂ ਸਹਿਜ ਦੀ ਅਵਸਥਾ ਦੇ ਧਾਰਨੀ ਹੁੰਦੇ, ਤਾਂ ਇਹ ਸ਼ਰਾਬ ਜਾਂ ਭੰਗ ਦੇ ਨਸ਼ਿਆਂ ਦੇ ਨਾਲ ਆਪਣੇ ਆਪ ਨੂੰ ਬਰਬਾਦ ਨਾ ਕਰਦੇ। ਤੁਹਾਡਾ ਜੀਵਨ ਤਾਂ ਟਿਕਾਓ ਵਿੱਚ ਹੁੰਦਾ। ਸਹਿਜ ਅਵਸਥਾ ਇਹ ਨਹੀਂ ਹੁੰਦੀ ਕਿ ਉਹ ਬਣ ਗਈ ਤੇ ਟੁੱਟ ਗਈ। ਆਨੰਦ ਉਹ ਨਹੀਂ ਹੁੰਦਾ ਜੋ ਬਣ ਗਿਆ ਤੇ ਟੁੱਟ ਗਿਆ। ਇਹ ਆਨੰਦ ਤਾਂ ਖਤਮ ਹੁੰਦਾ ਨਹੀਂ। ਇਹ ਤਾਂ ਸਦੀਵੀ ਟਿਕਾਵ ਦੀ ਨਾਮ ਸਹਿਜ ਹੈ। ਜਿਵੇਂ ਟਿਕੇ ਤਲਾਬ ਦੇ ਪਾਣੀ ਵਿੱਚੋਂ ਸਭ ਕੁਝ ਇਸ ਲਈ ਨਜ਼ਰ ਆਉਂਦਾ ਹੈ ਕਿ ਪਾਣੀ ਟਿਕਿਆ ਹੋ ਕੇ ਪਾਰਦਰਸ਼ੀ ਹੋ ਜਾਂਦਾ ਹੈ। ਇਸੇ ਤਰ੍ਹਾਂ ਜੀਵਨ ਦੇ ਟਿਕਾਅ ਵਿੱਚੋਂ ਜਦੋਂ ਕਦੇ ਪਰਮੇਸ਼ਰ ਦੀ ਯਾਦ ਹਿਰਦੇ ਵਿੱਚ ਟਿਕ ਜਾਂਦੀ ਹੈ, ਸਦੀਵੀ ਤੌਰ ਤੇ ਨਹੀਂ ਗਵਾਚਦੀ, ਤਾਂ ਫਿਰ ਆਨੰਦ ਹੀ ਆਨੰਦ ਹੈ। ਸਤਿਗੁਰੂ ਕਹਿਣ ਲੱਗੇ, ਭਲਿਓ, ਤੁਹਾਡੇ ਜੀਵਨ ਵਿੱਚ ਸਹਿਜ ਕਿੱਥੇ? ਸ਼ਰਾਬ ਤੇ ਭੰਗ ਦੇ ਨਸ਼ਿਆਂ ਵਿੱਚ ਸਹਿਜ ਕਿੱਥੇ? ਗੁਰੂ ਪਾਤਸ਼ਾਹ ਜੀ ਨੇ ਬੜਾ ਖੂਬਸੂਰਤ ਬਚਨ ਕਿਹਾ। ਕਹਿੰਦੇ, ਆਓ ਦੱਸਾਂ ਸਹਿਜ ਕਿਵੇਂ ਮਿਲਦਾ ਹੈ। ਕਹਿੰਦੇ, ਗੁਰ ਕਰ ਗਿਆਨ, ਧਿਆਨ ਕਰ ਧਿਆਨ ਕਰ ਧਾਵੇ, ਕਰਨ ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੂਚਾ, ਇਹ ਤਰਸ ਅਮਿਓ ਚੁਆਈਐ। ਬਾਬਾ ਮਨ ਮਤਵਾਰੋ ਨਾਮ ਰਸ ਪੀਵੇ, ਸਹਿਜ ਰੰਗ ਰਚ ਰਿਹਾ, ਐਨਸ ਬਣੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਿਆ। ਇਹ ਹੈ ਸਹਿਜ ਦਾ ਢੰਗ। ਸਹਿਜ ਅਵਸਥਾ ਦਾ ਅਰਥ ਹੈ ਜਿੱਥੇ ਚਾਰੇ ਚੀਜ਼ਾਂ ਇੱਕ ਸੁਰ ਹੋ ਜਾਂਦੀਆਂ ਹਨ। ਪਹਿਲਾ ਸਰੀਰ, ਦੂਜਾ ਮਨ, ਤੀਜੀ ਆਤਮਾ, ਚੌਥਾ ਪਰਮਾਤਮਾ। ਪ੍ਰਨ, ਮਨ, ਆਤਮਾ, ਪਰਮਾਤਮਾ, ਜਿੱਥੇ ਕੋਈ ਭੇਦ ਨਹੀਂ। ਸਰੀਰ ਵੀ ਅਡੋਲ ਹੋ ਗਿਆ, ਮਨ ਦੀ ਬਿਰਤੀ ਦਾ ਟਿਕਾਓ ਹੋ ਗਿਆ, ਆਤਮਾ ਪਾਰਦਰਸ਼ੀ ਹੋ ਗਈ, ਆਪਣੇ ਮੂਲ ਦੀ ਪਛਾਣ ਕਰਨ ਲੱਗ ਪਈ, ਨਾਲ ਵਸਦੇ ਹੋਏ ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਗਈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਕਹਿੰਦੇ ਨੇ, ਇਹ ਇੱਕ ਗੁਫਾ ਸਹਿਜ ਦੀ ਗੁਫਾ ਹੈ। ਗੁਰਬਾਣੀ ਨੇ ਇਹਦਾ ਨਾਮ ਸਹਿਜ ਦੀ ਗੁਫਾ ਕਿਹਾ ਹੈ। ਸਹਿਜ ਗੁਫਾ ਮੈਂ ਆਸਨ ਬੰਧਿਆ, ਜੋਤ ਸਰੂਪ ਅਨਾਹਦ ਵਾਜਿਆ। ਇਹ ਸਹਿਜ ਦੀ ਅਵਸਥਾ ਹੈ, ਸਹਿਜ ਦੀ ਕਹਾਣੀ ਹੈ, ਸਹਿਜ ਦਾ ਮਾਰਗ ਹੈ। ਇਸ ਸਹਿਜ ਗੁਫਾ ਵਿੱਚ ਵਸਦੇ ਅਧਿਆਤਮਕ ਪੁਰਖ ਅੰਦਰੋਂ ਸੱਚੇ ਆਨੰਦ ਤੇ ਸਹਿਜ ਦਾ ਇੱਕ ਖਾਸ ਰਸ ਦਾ ਕਾਰਨ ਹੁੰਦਾ ਹੈ ਕਿ ਮਾਇਆ ਦੇ ਤਿੰਨੇ ਗੁਣ ਜਿਨ੍ਹਾਂ ਕਰਕੇ ਜੀਵ ਕੁਰਾਹੇ ਪਿਆ ਹੋਇਆ ਸੀ, ਉਹ ਖਤਮ ਹੋ ਜਾਂਦੇ, ਇਹਦੇ ਵਸ ਵਿੱਚ ਆ ਜਾਂਦੇ ਹਨ। ਰਜੋਗੁਣ, ਤਮੋਗੁਣ ਸਤਿਗੁਣ ਨੂੰ ਪਿਛਾਂ ਛੋੜਦਾ ਹੈ, ਇਹਦਾ ਤੋਂ ਉੱਪਰ ਉੱਠ ਜਾਂਦਾ ਹੈ। ਇੱਥੇ ਚੌਥੇ ਪਦ ਮੈਂ ਸਹਿਜ ਹੈ। ਇਹ ਚੌਥੇ ਪਦ ਦੀ ਗੱਲ ਹੈ। ਇਹ ਸਭ ਮਾਇਆ ਹੈ। ਰਜਗੁਣ, ਤਮਗੁਣ, ਸਤਿਗੁਣ ਕਹੀਏ, ਇਹ ਤੇਰੀ ਸਭ ਮਾਇਆ, ਇਹ ਮਾਇਆ ਸੀ। ਹੁਣ ਹੈ ਚੌਥੇ ਪਦ ਦੀ ਗੱਲ। ਇਸ ਤੋਂ ਚੌਥਾ ਪਦ ਵਿੱਚ ਹੀ ਉਹ ਸਹਿਜ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਚੌਥੇ ਪਦ ਵਿੱਚ ਤਾਂ ਬਸ ਉਹ ਕੁਝ ਵਾਪਰਦਾ ਜਿੱਥੇ ਜੀਵ ਆਨੰਦ ਹੀ ਆਨੰਦ ਮਾਣਦਾ ਹੈ। ਰਹਿਣ ਦਿਸ ਰਹੇ ਇੱਕ ਰੰਗਾ, ਪ੍ਰਭ ਕੋ ਜਾਣੇ ਸਦ ਹੀ ਸੰਗਾ, ਠਾਕੁਰ ਨਾਮ ਕੀਓ ਊਨ ਵਰਤਨ, ਤ੍ਰਿਪਤ ਅਗਾਵਨ ਹਰ ਕੈ ਦਰਸ਼ਨ, ਹਰ ਸੰਗ ਰਾਤੇ ਮਨ ਤਨ ਹਰੇ, ਗੁਰ ਪੂਰੇ ਕੀ ਸ਼ਰਨੀ ਪਰੇ, ਚਰਨ ਕਮਲ ਆਤਮ ਆਧਾਰ, ਏਕ ਨਿਹਾਰੇ ਆਗਿਆਕਾਰ, ਏਕੋ ਵਣਜ ਏਕੋ ਵਿਵਹਾਰੀ, ਅਵਰ ਨਾ ਜਾਣੇ ਬਿਨ ਨਿਰੰਕਾਰੀ, ਹਰਖ ਸੋਗ ਮੂਹ ਤੇ ਮੁਕਤੇ, ਸਦਾ ਅਲਪਤ ਜੋਤ ਅਰ ਜੁਗਤੇ,
दिसे सब में सब ते रहते पार ब्रह्म की वो ध्यान तर पार ब्रह्म का वो ध्यान तर सतगुरु का बचन 181 पन्ने ते है सतगुरु जी के पावन बचन रहन दिन रहे एक रंगा एक रंग विच रंगिया होया है ਇਹ ਸਹਿਜ ਅਵਸਥਾ ਹੈ ਜਿੱਥੇ ਪਰਮਾਤਮਾ ਆਤਮਾ ਪਰਮਾਤਮਾ ਨਾਲ ਖੇਡਾਂ ਖੇਡਦੀ ਹੈ ਕਲੋਲ ਕਰਦੀ ਹੈ ਇਸ ਅਵਸਥਾ ਵਿੱਚ ਪਹੁੰਚਿਆ ਪ੍ਰੇਮੀ ਪੁਰਖ ਅੰਦਰੋਂ ਅੰਦਰ ਹੀ ਰਸ ਨਾਲ ਭਰਿਆ ਰਹਿੰਦਾ ਹੈ ਕਿਉਂਕਿ ਇੱਥੇ ਆਤਮਾ ਕਹਿ ਦਿੰਦੀ ਹੈ ਮੈਂ ਤੇਰੀ ਹਾਂ ਤੂੰ ਮੇਰਾ ਹੈ ਇੱਕ ਗੂੜਾ ਰਿਸ਼ਤਾ ਸੱਚ ਦਾ ਰਿਸ਼ਤਾ ਆਤਮਾ ਪਰਮਾਤਮਾ ਦਾ ਰਿਸ਼ਤਾ ਆਪੋ ਚ ਐਨ ਘੁਲਚ ਜਾਂਦਾ ਹੈ ਗੰਢ ਵੱਜ ਜਾਂਦੀ ਹੈ ਸੰਬੰਧ ਜੁੜ ਜਾਂਦੇ ਹਨ ਬਿਸਮਨ ਬਿਸਮ ਭੇ ਜੋ ਪੇਖਿਓ ਕਹਿ ਨਾ ਜਾਏ ਵਡਿਆਈ ਮਗਰ ਪੇ ਉਹਾਂ ਸੰਗ ਮਾਤੀ ਓਤ ਪੋਤ ਲਪਟਾਈ ਆਲ ਜਾਲ ਨਹੀਂ ਕਛੂ ਜਜਾਰਾ ਅਹੰਗ ਬੁੱਧ ਨਹੀਂ ਭੂਰਾ ਊਚਨ ਊਚਾ ਬੀਜ ਨਾ ਖੀਚਾ ਹੋ ਤੇਰਾ ਤੂੰ ਮੇਰਾ ਹੋ ਤੇਰਾ ਤੂੰ ਮੇਰਾ ਤੇ ਫਿਰ ਸਤਿਗੁਰੂ ਕਹਿੰਦੇ ਇੱਥੇ ਕੀ ਹੈ ਇੱਥੇ ਅੰਮ੍ਰਿਤ ਰਸ ਸਤਿਗੁਰ ਚੁਆਇਆ ਇੱਥੇ ਅੰਮ੍ਰਿਤ ਰਸ ਗੁਰੂ ਨੇ ਚੁਆ ਦਿੱਤਾ ਦਸਵੇਂ ਦਵਾਰ ਪ੍ਰਗਟ ਹੋਏ ਆਇਆ ਤੇ ਅਨਹਦ ਸ਼ਬਦ ਵਜੇ ਧੁਨ ਬਾਣੀ ਸਹਿਜੇ ਸਹਿਜ ਸਮਾਣੀ ਹੈ ਮਾਰੂ ਰਾਗ ਦਾ ਬਚਨ ਹੈ ਸਹਿਜੇ ਸਹਿਜ ਸਮਾਣੀ ਹੈ ਇਸ ਅਵਸਥਾ ਵਿੱਚ ਪਰਮੇਸ਼ਰ ਆਪ ਅਡੋਲ ਹੈ ਉਹਨੂੰ ਪਾ ਲੈਣ ਵਾਲੀ ਆਤਮਾ ਵੀ ਅਡੋਲ ਅਵਸਥਾ ਹੋ ਜਾਂਦੀ ਹੈ ਰੰਗ ਮਾਨਦੀ ਹੈ ਇਸ ਨੂੰ ਸਹਿਜ ਅਵਸਥਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀਵਨ ਦੀ ਅਸਲ ਵਿੱਚ ਸਾਰੀ ਭੱਜ ਦੌੜ ਤ੍ਰਿਪਤੀ ਲਈ ਹੈ ਸਹਿਜ ਦਾ ਜਨਮ ਤ੍ਰਿਪਤੀ ਵਿੱਚ ਹੁੰਦਾ ਹੈ ਉਸ ਪੁਰਖ ਨੂੰ ਰੱਬੀ ਬਾਣੀ ਵਿੱਚ ਪੂਰਨ ਗਿਣਿਆ ਜਾਂਦਾ ਹੈ ਜਿਸ ਦਾ ਮਨ ਸੰਤੋਖੀ ਹੋ ਜਾਂਦਾ ਹੈ ਆਤਮਾ ਪਰਮਾਤਮਾ ਵਿੱਚ ਪ੍ਰਤੀਤ ਜਾਵੇ ਜਿਨ ਚ ਆਖਿਆ ਸੀ ਜੰਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾਨੇ ਸਹਿਜ ਅਵਸਥਾ ਵਿੱਚ ਪਹੁੰਚਿਆ ਹੈ ਮਨੁੱਖ ਬਸ ਰੱਬੀ ਸਿਲਸਿਲਾ ਵਿੱਚ ਜੁੜ ਕੇ ਅਧਿਆਤਮਕ ਆਨੰਦ ਨੂੰ ਮਾਣਦਾ ਹੈ ਬੋਲਦਾ ਨਹੀਂ ਮੰਨਦਾ ਹੈ ਉਸਦਾ ਜਾਗਣਾ ਉਸਦਾ ਸੌਣਾ ਉਹਦਾ ਸਹਿਜ ਦਾ ਰੂਪ ਧਾਰਨ ਕਰ ਲੈਂਦਾ ਹੈ ਸਹਿਜੇ ਜਾਗੇ ਸਹਿਜੇ ਸੂਵੇ ਗੁਰਮੁਖ ਅੰਦਰ ਉਸਤਤ ਹੋ ਗਏ ਉਹਦੇ ਅੰਦਰ ਤਾਂ ਇਹ ਕੁਝ ਵਾਪਰਦਾ ਹੈ ਅਸਲ ਵਿੱਚ ਇਹ ਜਿਹੀ ਅਵਸਥਾ ਦਾ ਜ਼ਿਕਰ ਅੱਖਰਾਂ ਵਿੱਚ ਤਾਕਤ ਨਹੀਂ ਹੁੰਦੀ ਮਾਫ ਕਰਨਾ ਪੂਰਨ ਰੂਪ ਵਿੱਚ ਜਿਹਨੂੰ ਪ੍ਰਗਟ ਕਰ ਸਕਦੀ ਹੈ ਇਹ ਅਵਸਥਾ ਤਾਂ ਮਾਣੀ ਜਾ ਸਕਦੀ ਹੈ ਨਾ ਹੀ ਕੋਈ ਮੇਰੇ ਵਰਗੇ ਦੀ ਕੋਈ ਗੱਲ ਹੈ ਨਾ ਹੀ ਮੇਰੇ ਚ ਉਹ ਅਵਸਥਾ ਹੈ ਜਿਹੜੀ ਮੈਂ ਉਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਦਿਆਂ ਇਹ ਤਾਂ ਰੰਗ ਰੰਗੇ ਹੋਏ ਦੇ ਗੁੱਝੇ ਭੇਦ ਹਨ ਜੋ ਬਾਣੀ ਚੋਂ ਅਸੀਂ ਪੜ੍ਹਦੇ ਹਾਂ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਸੰਸਾਰ ਦੀ ਝੋਲੀ ਵਿੱਚ ਪਾਏ ਹਨ ਉਹ ਗੁੱਝੇ ਭੇਦਾਂ ਨੂੰ ਸਮਝਣਾ ਹੀ ਜੀਵਨ ਦਾ ਤੱਤ ਹੈ ਇਹ ਅਵਸਥਾ ਬਸ ਮਾਣੀ ਜਾ ਜਾਂਦੀ ਹੈ ਇਹ ਦੱਸਣ ਦੇ ਸਮਰੱਥ ਨਹੀਂ ਇਹ ਤਾਂ ਸੁਨ ਸਮਾਦ ਅਨਹਦ ਤੈਨਾਦ ਕਹਿ ਨਾ ਜਾਈ ਅਚਰਜ ਬਿਸਮਾਦ ਇਸ ਅਵਸਥਾ ਨੂੰ ਅੱਖਰਾਂ ਨਾਲ ਬਿਆਨ ਨਹੀਂ ਕਰ ਸਕਦੇ ਥੋੜੀ ਜਿਹੀ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਵੇਂ ਦੁੱਧ ਤੋਂ ਮੱਖਣ ਤੱਕ ਦੀ ਪ੍ਰਾਪਤੀ ਦਾ ਪਹਿਲਾ ਪੜਾਅ ਨਹੀਂ ਜਮਾਉਣਾ ਹੈ ਦੁੱਧ ਦਾ ਟਿਕਾ ਵਿੱਚ ਆਉਣਾ ਹੈ ਦੁੱਧ ਤਾਂ ਨਿੱਕੀ ਜਿਹੀ ਹਰਕਤ ਵੀ ਨਹੀਂ ਸਹਾਰਦਾ ਦੁੱਧ ਨੂੰ ਡੁੱਲਣ ਤੋਂ ਬਚਾਉਣ ਲਈ ਜ਼ਿਆਦਾ ਸਾਵਧਾਨ ਰਹਿਣਾ ਪੈਂਦਾ ਹੈ ਜਦੋਂ ਦੁੱਧ ਟਿਕਾ ਦਾ ਧਾਰਨੀ ਹੋ ਗਿਆ ਦਹੀਂ ਦਾ ਰੂਪ ਬਣ ਗਿਆ ਦਹੀਂ ਜੰਮ ਗਈ ਉਸ ਲਈ ਦੁੱਧ ਵਰਗੀ ਭਟਕਣਾ ਨਹੀਂ ਰਹਿੰਦੀ ਇਹ ਸਹਿਜ ਤੱਤ ਦੇ ਬਸ ਇਸੇ ਤਰ੍ਹਾਂ ਨੇੜੇ ਹੁੰਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਦੁੱਧ ਹਿਲਦਾ ਦੁੱਧ ਭਟਕਦਾ ਲੇਕਿਨ ਦਹੀਂ ਫਿਰ ਸਹਿਜ ਦਾ ਆਨੰਦ ਉਹਦਾ ਰੂਪ ਜਿਹੜਾ ਹੈ ਬਦਲ ਲੈਂਦੀ ਹੈ ਥੋੜੀ ਜਿਹੀ ਹੋਰ ਵਿਚਾਰ ਕਰ ਲਈਏ ਸੂਈ ਵਿੱਚ ਧਾਗਾ ਪਾਉਣਾ ਔਖਾ ਹੈ ਪਰ ਜਦੋਂ ਕਿਤੇ ਟਿਕਾ ਕੇ ਪਾ ਲਿਆ ਜਾਵੇ ਸੂਈ ਆਪੇ ਹੀ ਧਾਗੇ ਨੂੰ ਪਿੱਛੋਂ ਖਿੱਚ ਕੇ ਦੋ ਵਿਛੜਿਆਂ ਨੂੰ ਮਿਲਾਪ ਕਰਾ ਦਿੰਦੀ ਹੈ ਇਸੇ ਤਰ੍ਹਾਂ ਹੀ ਸਹਿਜ ਆਉਂਦਾ ਹੈ ਸਹਿਜ ਆਉਣਾ ਔਖਾ ਹੈ ਪਰ ਜਦੋਂ ਸਹਿਜ ਅਵਸਥਾ ਬਣ ਜਾਂਦੀ ਹੈ ਫਿਰ ਆਪੇ ਹੀ ਰੱਬੀ ਬਖਸ਼ਿਸ਼ ਨਾਲ ਆਤਮਾ ਤੇ ਪਰਮਾਤਮਾ ਨੂੰ ਆਪੋ ਵਿੱਚ ਸੀਂ ਕੇ ਰੱਖ ਦਿੰਦੀ ਹੈ ਆਪੋ ਵਿੱਚ ਸਿਉਂ ਦਿੰਦੀ ਹੈ ਜਿਵੇਂ ਕੱਪੜੇ ਨੂੰ ਸੀਂ ਦਿੱਤਾ ਜਾਂਦਾ ਹੈ ਬਸ ਸੂਈ ਵਿੱਚ ਧਾਗਾ ਪਾਉਣ ਲੱਗਿਆ ਦੋਵੇਂ ਹੱਥ ਟਿਕਾ ਕੇ ਪੂਰਨ ਨਜ਼ਰ ਟਿਕਾ ਕੇ ਇਹ ਕਰਮ ਕਰਨਾ ਪੈਂਦਾ ਹੈ ਇਹ ਕਰਮ ਕਮਾਉਣਾ ਪੈਂਦਾ ਹੈ ਗੁਰੂ ਸ਼ਬਦ ਦੀ ਸੂਈ ਸਮਾਨ ਗੁਰੂ ਸ਼ਬਦ ਦੀ ਸੂਈ ਇਹ ਕਹਿ ਲਈਏ ਸੁਰ ਦਾ ਧਾਗਾ ਬਣਾ ਲਈਏ
ਜਦੋਂ ਜੀਵ ਇਹ ਪੂਰਨ ਭਰੋਸਾ ਤੇ ਵਿਸ਼ਵਾਸ ਰੱਖ ਕੇ ਇਸ ਸੂਈ ਤੇ ਇਸ ਧਾਗੇ ਨੂੰ ਆਪੋ ਵਿੱਚ ਮਿਲਾ ਦੇਵੇਗਾ ਤਾਂ ਫਿਰ ਉੱਥੇ ਤਿੱਥੇ ਸੀਤੋ ਸੀਤਾ ਮਹਿਮਾ ਮਾਏ। ਫਿਰ ਉੱਥੇ ਸੀਤੇ ਹੋਏ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਇਹ ਰੇ ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸ਼ਬਦੇ ਹੀ ਤੇ ਸਹਿਜ ਉਪਜੇ ਹਰ ਪਾਇਆ ਸੱਚ ਸੋਏ। ਸ਼ਬਦ ਤੋਂ ਹੀ ਸਹਿਜ ਪੈਦਾ ਹੁੰਦਾ ਹੈ। ਇੱਥੇ ਦਾ ਉਹ ਜਿਹੜਾ ਇੱਕ ਸ਼ਬਦ ਆਉਂਦਾ ਹੈ, ਸੋਨੇ ਕੇ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸੋ ਲਾਗਾ। ਬਸ ਸਹਿਜ ਦੀ ਸਾਰ ਤਾਂ ਕੇਵਲ ਸੁਹਾਗਣ ਜਾਣ ਸਕਦੀ ਹੈ। ਅਸੀਂ ਸਹਿਜ ਦੀਆਂ ਗੱਲਾਂ ਤਾਂ ਕੇਵਲ ਕਰ ਸਕਦੇ ਹਾਂ। ਪ੍ਰਭੂ ਦੇ ਪਿਆਰ ਦੇ ਪਾਂਧੀ ਦਾ ਇਹ ਪੜਾਅ ਬਸ ਟਿਕਾਓ ਭਰਿਆ ਹੁੰਦਾ ਹੈ। ਉੱਥੇ ਹੁਣ ਪ੍ਰਭੂ ਦੀ ਸੇਵਾ, ਮਨੁੱਖਤਾ ਦੀ ਸੇਵਾ, ਇਸ ਸੱਚੇ ਦੀ ਕਾਰ ਵਿੱਚ ਲੱਗਣ ਦੀ ਖੁਸ਼ੀ, ਮਨ ਦਾ ਚਾਓ ਹਰ ਵੇਲੇ ਸਤਾਉਂਦੀ ਹੈ। ਨਾ ਦੁਨੀਆ ਦਾ ਧਨ ਭਟਕਣਾ ਵਿੱਚ ਪਾਉਂਦਾ ਹੈ, ਨਾ ਹੀ ਇੱਥੇ ਦਾ ਥੋੜਾ ਸਮੇਂ ਤੇ ਥੋੜਾ ਹੀ ਖਾਵੇਂ ਦੀ ਗੱਲ ਹੈ। ਇੱਥੇ ਇਸ ਅਵਸਥਾ ਨੂੰ ਬਸ ਮਾਣੀ ਹੀ ਜਾ ਸਕਦੀ ਹੈ। ਉਹ ਰੱਬੀ ਪ੍ਰੀਤ ਵਿੱਚੋਂ, ਰੱਬ ਦੇ ਪਿਆਰ ਵਿੱਚੋਂ, ਬਸ ਰੱਬ ਦੇ ਤਰਾਨੇ ਗਾਣ ਵਿੱਚੋਂ, ਰੱਬ ਦੀ ਖੁਸ਼ੀ ਦੇ ਗੀਤ ਗਾਉਣ ਵਿੱਚੋਂ ਸਹਿਜ ਸਮਾਧ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ। ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਤੈ ਭਾਗੀ। ਇੱਥੇ ਜਨਮ ਮਰਨ ਦਾ ਆ ਕੇ ਲੇਖਾ ਖਤਮ ਹੋ ਜਾਂਦਾ ਹੈ। ਗੁਰੂ ਕਿਰਪਾ ਕਰੇ ਇਸ ਅਵਸਥਾ ਨੂੰ ਕਿਤੇ ਮਾਨਣ ਦਾ ਸੁਭਾਗ ਸਾਨੂੰ ਵੀ ਪ੍ਰਾਪਤ ਹੋ ਜਾਏ। ਅਸੀਂ ਵੀ ਆਪਣੀ ਇਸ ਸੁਰਤ ਨੂੰ ਨਾਮ ਦੀ ਸੂਈ ਦੇ ਧਾਗੇ ਵਿੱਚ ਪਰੋ ਕੇ ਉਸ ਪਰਮੇਸ਼ਰ ਨਾਲ ਆਪਣੀ ਗੰਢ ਪਾ ਸਕੀਏ। ਲੋਕ ਪਰਲੋਕ ਸਹਿਲਾ ਹੋ ਜਾਏ। ਇਹਨੇ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ। ਆਪ ਸਾਰਿਆਂ ਨੂੰ ਬੇਨਤੀ ਹੈ, ਪਿਆਰ ਸਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ।